Like the video, subscribe to the channel and press the bell icon for latest video updates. ਦੇਖੋ ਸੇਮ ਪੁਆਇੰਟ ਆਫ View ਪੰਜਾਬ ਦਾ ਕਿਸਾਨ ਤੇ ਰਾਜਸਥਾਨ ਦਾ ਕਿਸਾਨ ਇਸ ਪੁਆਇੰਟ ਵਾਸਤੇ ਰੱਖਦਾ ਕਿਉਂਕਿ APMC ਇੱਥੇ ਵੀ ਐਗਜ਼ਿਸਟ ਕਰਦੀ ਹੈ, MSP ਇੱਥੇ ਵੀ ਰਿਕੁਆਇਰਡ ਹੈਗੀ ਤੇ ਨੋ ਡਾਊਟ ਪੰਜਾਬ 'ਚ ਵੀ ਹੈਗੀ ਹੈ। ਤੇ ਰਹੀ ਗੱਲ ਪੰਜਾਬ ਤੋਂ ਇੱਥੇ ਆਏ ਮਾਈਗ੍ਰੇਸ਼ਨ ਦੀ ਤਾਂ ਰੀਅਲ ਸੈਂਸ 1927 ਦੇ ਅੰਦਰ ਜਦੋਂ ਗੰਗ ਕਨਾਲ ਇੱਥੇ ਆਈ ਹੈ ਤਾਂ ਈਵਨ ਤੋਂ ਮੈਂ ਖੁਦ ਮਾਈਗ੍ਰੇਟਡ ਕਿਸਾਨ ਹਾਂ। ਮੇਰਾ ਜੱਦੀ ਪਿੰਡ ਕਟਾਣੀ ਹੈ ਲੁਧਿਆਣਾ। ਹਾਂ ਤੇ ਨੋ ਡਾਊਟ ਮੈਂ ਖੁਦ ਮਾਈਗ੍ਰੇਟਡ ਹੈ, ਮੈਂ ਖੁਦ ਕਿਸਾਨ, ਮੈਂ ਕਟਾਣੀ ਤੋਂ ਬਿਲੋਂਗ ਕਰਦਾ ਤੇ ਇਸ ਕਰਕੇ ਖਦਸ਼ੇ ਦੋਨੇ ਪਾਸੇ ਸੇਮ ਹੈ, ਇਹਦੇ 'ਚ ਕੋਈ ਦੋਰਾਏ ਵਾਲੀ ਗੱਲ ਨਹੀਂ। ਪਰ ਇਹਨਾਂ ਦਾ ਨਿਸਤਾਰਨ ਕਿਤੇ ਨਾ ਕਿਤੇ ਬਹਿ ਕੇ ਤੇ ਬੜੇ ਜਮਹੂਰੀ ਤਰੀਕੇ ਨਾਲ ਨਿਕਲਣਾ ਚਾਹੀਦਾ ਜੀ। ਦਰਸ਼ਕੋ, ਤੁਹਾਨੂੰ ਪਤਾ ਹੈਗਾ ਕਿਸਾਨ ਸਟਰਗਲ ਚੱਲ ਰਿਹਾ ਬੜੇ ਜ਼ੋਰਾਂ ਸ਼ੋਰਾਂ ਨਾਲ। ਪਹਿਲਾਂ ਤਾਂ ਪੰਜਾਬ ਤੋਂ ਮੂਵਮੈਂਟ ਸ਼ੁਰੂ ਹੋਈ ਸੀ, ਹੁਣ ਲਗਭਗ ਹਰਿਆਣਾ, ਰਾਜਸਥਾਨ, ਨਾਰਥਰਨ ਇੰਡੀਆ ਨੂੰ ਛੱਡ ਕੇ ਪੂਰੇ ਇੰਡੀਆ ਦੇ ਜਿਹੜੇ ਕਿਸਾਨ ਇੱਕ ਪਲੇਟਫਾਰਮ ਤੇ ਇੱਕ ਕੌਜ਼ ਲਈ ਇਕੱਠੇ ਹੋ ਰਹੇ। ਹੁਣ ਅਸੀਂ ਇਸੇ ਸੰਬੰਧ ਵਿੱਚ ਗੰਗਾਨਗਰ ਤੋਂ ਆਨਲਾਈਨ ਅਸੀਂ ਇੰਟਰਵਿਊ ਕਰਾਵਾਂਗੇ। ਸਾਡੇ ਨਾਲ ਜੁੜੇ ਨੇ ਆਨਲਾਈਨ ਸ਼੍ਰੀ ਪਰਮਜੀਤ ਸਿੰਘ ਜੀ, ਜੋ ਕਿ ਸਾਇੰਟਿਸਟ ਵੀ ਹੈਗੇ ਆ NIC ਗੰਗਾਨਗਰ ਵਿਖੇ ਤੇ ਕਿਸਾਨਾਂ ਦੇ ਮਸਲਿਆਂ ਨੂੰ ਬਹੁਤ ਭਲੀ ਭਾਂਤੀ ਜਾਣਦੇ ਹੈਗੇ ਆ। ਪਰਮਜੀਤ ਜੀ, ਸਾਡੇ ਪ੍ਰੋਗਰਾਮ ਵਿੱਚ ਆਨਲਾਈਨ ਸਵਾਗਤ ਹੈਗਾ। ਰਾਜਸਥਾਨ ਦੇ ਕਿਸਾਨਾਂ ਬਾਰੇ ਜਾਂ ਰਾਜਸਥਾਨ ਦੇ ਮੂਵਮੈਂਟ ਬਾਰੇ ਜਾਂ ਕਿਸਾਨੀ ਮੂਵਮੈਂਟ ਬਾਰੇ ਕੀ ਤੁਹਾਡੇ ਵਿਚਾਰ ਹੈਗੇ? ਪਹਿਲਾਂ ਤਾਂ ਬਹੁਤ-ਬਹੁਤ ਮਿਹਰਬਾਨੀ ਸਿੰਘ ਸਾਹਿਬ, ਤੁਸੀਂ ਇਸ ਕਾਰਜ ਵਾਸਤੇ ਮੈਨੂੰ ਯਾਦ ਕੀਤਾ। ਜਿਹੜੀ ਮੂਵਮੈਂਟ ਹੈ ਨੋ ਡਾਊਟ ਪਹਿਲਾਂ ਤਾਂ ਆਪਾਂ ਸਰਕਾਰ ਦੀ ਹੀ ਗੱਲ ਕਰਨਾ ਚਾਹਾਂਗੇ ਇਸ ਮਾਮਲੇ ਬਾਬਤ। ਸਰਕਾਰ ਹੈ ਕੀ? ਹਾਂਜੀ, ਲੋਕਤੰਤਰ 'ਚ ਜਮਹੂਰੀਅਤ ਦੇ ਅੰਦਰ ਇੱਕ ਸਿੱਧਾ ਜਿਹਾ ਫਲਸਫਾ ਹੈ, ਜਨਤਾ ਦਾ ਜਨਤਾ ਦੁਆਰਾ ਜਨਤਾ ਲਈ ਸ਼ਾਸਨ ਹੈਗਾ। ਜਿਹੜੇ ਕੁਰਸੀ ਤੋਂ ਜਾਂ ਮੇਜ਼ ਤੋਂ ਅਗਲੇ ਪਾਸੇ ਬੈਠੇ ਹੈ ਉਹ ਵੀ ਇਸ ਦੇਸ਼ ਦੇ ਵਸਿੰਦੇ ਆ ਤੇ ਜਿਹੜੇ ਪਰਲੇ ਪਾਸੇ ਬੈਠੇ ਉਹ ਵੀ ਵਸਿੰਦੇ ਆ ਤੇ ਹਰ ਮਸਲੇ ਨੂੰ ਹੱਲ ਕਰਨ ਵਾਸਤੇ ਨੋ ਡਾਊਟ ਸਾਡੇ ਕੋਲ ਕਾਨੂੰਨ ਹੈਗੇ ਆ, ਲੋਕਤੰਤਰਿਕ ਤਰੀਕੇ ਹੈਗੇ ਆ, ਜਮਹੂਰੀਅਤ ਦੇ ਤਰੀਕੇ ਹੈਗੇ, ਉਹਨਾਂ ਦੇ ਮਾਮਲੇ ਨੂੰ ਅਸੀਂ ਸੋਲਵ ਕਰਨ ਵਾਸਤੇ ਅੱਗੇ ਵਧਦੇ ਹਾਂ, ਜਿਨ੍ਹਾਂ 'ਚੋਂ ਪ੍ਰਦਰਸ਼ਨ ਵੀ ਇੱਕ ਹੈ। ਜ਼ਹਿਰ ਜੀ ਗੱਲ, ਅੱਜ ਕਿਸਾਨ ਪ੍ਰਦਰਸ਼ਨ ਕਰ ਰਹੇ ਆ ਤੇ ਆਪਦੇ ਹੱਕਾਂ ਵਾਸਤੇ ਕਰ ਰਹੇ ਆ। ਨੋ ਡਾਊਟ ਉਹਨਾਂ ਦਾ ਦ੍ਰਿਸ਼ਟੀਕੋਣ ਹੈਗਾ, ਸਰਕਾਰ ਦਾ ਇੱਕ ਆਪਦਾ ਦ੍ਰਿਸ਼ਟੀਕੋਣ ਹੈਗਾ। ਪਰ ਜੇ ਇਸੇ ਚੀਜ਼ ਨੂੰ ਆਪਾਂ ਗੁਰਬਾਣੀ ਦੇ ਫਲਸਫੇ 'ਚ ਦੇਖੀਏ ਤਾਂ ਨੋ ਡਾਊਟ ਗੁਰਬਾਣੀ 'ਚ ਬਹੁਤ ਸੋਹਣੀਆਂ ਤੁਕਾਂ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮਾ ਕੋ ਹੋਵੋ ਜੋੜੀ ਗੁਰਮੁਖ ਬੈਠੋ ਸਫਾ ਵਿਛਾਏ। ਵੀ ਕਿਤੇ ਨਾ ਕਿਤੇ ਜੇ ਕੋਈ ਟਰਬਲ ਆ ਰਹੀ ਹੈ ਜਾਂ ਪ੍ਰੋਬਲਮ ਆ ਰਹੀ ਹੈ ਤਾਂ ਬਹਿ ਕੇ ਉਹ ਨਜਿੱਠੀ ਜਾ ਸਕਦੀ ਹੈ, ਦੂਰ ਕੀਤੀ ਜਾ ਸਕਦੀ ਹੈ। ਨੋ ਡਾਊਟ ਰਾਜਸਥਾਨ ਤੋਂ, ਕਿਉਂਕਿ ਗੰਗਾਨਗਰ ਫੂਡ ਬਾਸਕਟ ਆਫ ਰਾਜਸਥਾਨ ਹੈ, ਇੱਥੋਂ ਬਹੁਤ ਲੋਕ ਸਪੋਰਟ ਕਰ ਰਹੇ ਹੈ ਐਗਰੀਕਲਚਰ ਜਿਹੜੀ ਮੂਵਮੈਂਟ ਨੂੰ। ਬਟ ਨੋ ਡਾਊਟ ਇਹਨਾਂ ਦਾ ਪ੍ਰਾਈਮ ਟਾਰਗੇਟ ਹੈ ਉਹ ਕਿਤੇ ਨਾ ਕਿਤੇ ਜਿਹੜੇ ਸਪੈਸੀਫਿਕ ਐਕਟ ਹੈਗੇ, ਜਿਹੜੇ 3 ਐਕਟ ਪ੍ਰੈਜ਼ੈਂਟ ਗਵਰਨਮੈਂਟ ਆਫ ਇੰਡੀਆ ਵੱਲੋਂ ਲਿਆਂਦੇ ਗਏ ਆ, ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਐਕਟ, Farmers Empowerment and Protection Agreement on Price Assurance and Farm Service Act, Essential Commodities Amendment Act, ਤੇ ਇਹਦੇ ਉੱਤੇ ਬਹੁਤ ਸਾਰੇ ਅਰਥ ਸ਼ਾਸਤਰੀਆਂ ਕ੍ਰਿਸ਼ੀ ਨੂੰ ਮੁੱਢ 'ਚ ਰੱਖ ਕੇ ਵਿਚਾਰ ਕਰਦੇ ਆ। ਉਹਨਾਂ ਦੇ ਵੀ ਵਿਚਾਰ ਆਏ ਆ, ਕਿਸਾਨਾਂ ਦੇ ਵੀ ਵਿਚਾਰ ਆਏ ਆ ਤੇ ਕਿਤੇ ਨਾ ਕਿਤੇ ਜਦੋਂ ਦੋਵੇਂ ਧਿਰਾਂ ਬਹਿਣਗੀਆਂ ਤਾਂ ਸਾਡਾ ਜਿਹੜਾ ਓਪੀਨੀਅਨ ਇਸ ਬਾਰੇ ਇਹ ਹੈ ਵੀ ਇਹ ਹੱਲ ਜ਼ਰੂਰ ਐਸ ਸੂਨ ਐਸ ਪੋਸੀਬਲ ਨਿਕਲੂਗਾ ਤੇ ਸਰਕਾਰ ਵੀ ਇਸ ਵਾਸਤੇ ਸੰਘਰਸ਼ਰਤ ਹੈ ਤੇ ਕਿਸਾਨ ਜਥੇਬੰਦੀਆਂ ਵੀ, ਨੋ ਡਾਊਟ। ਚਲੋ ਬਹੁਤ ਅੱਛਾ। ਦੂਸਰਾ, ਤੁਹਾਨੂੰ ਮੁਬਾਰਕਾਂ, ਤੁਹਾਨੂੰ ਆਪਣੇ DG ਵੱਲੋਂ ਤੁਹਾਨੂੰ ਨੈਸ਼ਨਲ ਅਵਾਰਡ ਵੀ ਮਿਲਿਆ। ਮੈਂ ਇੰਟਰੋਡਕਸ਼ਨ ਵਿੱਚ ਭੁੱਲ ਗਿਆ ਸੀ। ਬਹੁਤ ਬਹੁਤ ਮੁਬਾਰਕਾਂ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਰਾਜਸਥਾਨ 'ਚ ਗੰਗਾਨਗਰ 'ਚ ਰਹਿ ਕੇ। ਇਹ ਐਕਚੁਅਲੀ ਕੀ ਆ, ਦੇਖੋ ਜਿਵੇਂ ਜਿਹੜੀ ਹੁੰਦੀ ਆ ਸਰਕਾਰ ਲੋਕਾਂ ਦੀ ਬਣਾਈ ਗਈ, ਜਿਵੇਂ ਤੁਹਾਨੂੰ ਹੁੰਦੀ ਆ ਕਿ ਲੋਕਾਂ ਲਈ, ਲੋਕਾਂ ਦੇ ਵੈਲਫੇਅਰ ਲਈ ਹੁੰਦੀ ਹੈਗੀ ਆ। ਪਰ ਜਦੋਂ ਕਿਤੇ ਵੀ ਕੋਈ ਜੀਵਨ ਪਰਿਵਾਰ ਵਿੱਚ ਕੋਈ ਬੱਚਾ ਉਹ ਕਰਦਾ, ਕੋਈ ਜ਼ਿੱਦ ਕਰਦਾ ਜਾਂ ਕੋਈ ਹੋਰ ਪਰਿਵਾਰ ਵਿੱਚ ਸਮੱਸਿਆ ਹੁੰਦੀ, ਪਰਿਵਾਰ ਦੇ ਮੈਂਬਰਾਂ ਦੀ ਕੋਸ਼ਿਸ਼ ਹੁੰਦੀ ਆਪਣਾ ਰਲ ਕੇ ਜਿੰਨਾ ਜਲਦੀ ਤੋਂ ਜਲਦੀ ਉਹਦਾ ਸੋਲੂਸ਼ਨ ਕੱਢ ਕੇ। ਇਹ 2-2.5 ਮਹੀਨੇ ਦਾ ਪੰਜਾਬ ਵਿੱਚ ਇਹੋ ਕਿਸਾਨ ਆਪਣੇ ਸੜਕਾਂ ਤੇ, ਰੇਲ ਗੱਡੀਆਂ ਤੇ ਰਹੇ। ਹੁਣ ਉੱਥੇ ਵੀ ਲਗਭਗ 1 ਮਹੀਨਾ ਹੋ ਗਿਆ ਹੈਗਾ। ਇਹ ਪ੍ਰੋਲੋਂਗ ਹੋਣ ਨਾਲ ਇਹਦੀ ਜਿਹੜੀ ਇਹਦੀ ਇੰਟੈਂਸਿਟੀ ਜਾਂ ਇਹਦਾ ਮੇਨ ਪਰਪਸ ਉਹ ਡਾਇਲੂਟ ਹੋਣੇ ਦਾ ਜਾਂ ਇਹੋ ਹੋਰ ਪਾਸੇ ਜਾ ਸਕਦੀ, ਇਹਦੇ ਬਾਰੇ ਕੀ ਵਿਚਾਰ ਆ? ਦੇਖੋ ਨੋ ਡਾਊਟ ਜੀ, ਡਾਇਲੂਟ ਤਾਂ ਮਾਮਲੇ ਹੁੰਦੇ ਆ ਜਦੋਂ ਕੋਈ ਵੀ ਅੰਦੋਲਨ ਹੈ, ਕੋਈ ਵੀ ਮੂਵਮੈਂਟ ਅੱਗੇ ਵੱਧਦਾ ਹੈ, ਉਹਦੇ 'ਚ ਹਰ ਤਰ੍ਹਾਂ ਦੇ ਲੋਕ ਸਹਿਯੋਗ ਪਾਉਂਦੇ ਆ ਜਾਂ ਉਸ ਫਲਸਫੇ ਦਾ ਜਾਂ ਉਸ ਕਾਰਵੇ ਦਾ ਜਦੋਂ ਹਿੱਸਾ ਬਣਦੇ ਆ ਤਾਂ ਜਿਹੜੇ ਮੁੱਖ ਮੁੱਦੇ ਆ ਕਈ ਵਾਰ ਉਹ ਪਿੱਛੇ ਛੁੱਟ ਜਾਂਦੇ ਆ ਤੇ ਕਿਤੇ ਨਾ ਕਿਤੇ ਹੋਰ ਪਰਿਵਰਤਨ ਉਹਨਾਂ 'ਚ ਆ ਜਾਂਦੇ ਆ। ਪਰ ਮੁੱਢਲੇ ਤੌਰ ਤੇ ਜੇ ਇਸ ਮੁੱਦੇ ਨੂੰ ਦੇਖਿਆ ਜਾਵੇ ਤਾਂ ਕਿਸਾਨਾਂ ਦੀ ਮੰਗ ਕੀ ਹੈ ਇਹਦੇ 'ਚ ਤੇ ਉਹਨਾਂ ਦੇ ਖਦਸ਼ੇ ਕੀ ਹੈ? ਖਦਸ਼ਾ ਉਹਨਾਂ ਦਾ ਪਹਿਲਾ ਹੈ ਵੀ ਕਿਤੇ ਨਾ ਕਿਤੇ ਉਹਨਾਂ ਦੀ ਇਨਕਮ ਘੱਟ ਹੋ ਜਾਊਗੀ, ਜਿੰਦਾ ਮੇਨ ਜਿਹੜਾ ਇੰਪੈਕਟ ਹੈਗਾ ਉਹ MSP ਤੇ APMSP ਦਾ ਜਾਣਾ ਉਹ ਕਹਿੰਦੇ ਆ
ਪਰ ਸਰਕਾਰ ਕਹਿੰਦੀ ਹੈ ਵੀ ਇਸ ਪੂਰੇ ਮਾਮਲੇ ਦੇ ਅੰਦਰ ਅਸੀਂ ਕਿਸੇ ਵੀ ਐਕਟ 'ਚ ਇਹ ਨਹੀਂ ਰਿਟਨ 'ਚ ਦਿੱਤਾ ਵੀ ਅਸੀਂ ਐਮਐਸਪੀ ਹਟਾਵਾਂਗੇ ਜਾਂ ਏਪੀਐਮਸੀ ਜਿਹੜੀਆਂ ਭੰਗ ਕਰ ਦੇਵਾਂਗੇ। ਦੂਜਾ ਹੈਗਾ ਕੰਟਰੈਕਟ ਫਾਰਮਿੰਗ, ਤੇ ਕੰਟਰੈਕਟ ਫਾਰਮਿੰਗ ਵੀ ਇੱਕ ਇਹੋ ਜਿਹਾ ਕਨਸੈਪਟ ਹੈ ਜਿਹੜਾ ਇੰਡੀਆ 'ਚ ਆਲਰੇਡੀ ਲਾਗੂ ਰਿਹਾ ਹੈ, ਪਹਿਲਾਂ ਵੀ ਕਾਫੀ ਇਲਾਕਿਆਂ 'ਚ ਹੁੰਦਾ ਰਿਹਾ ਹੈ। ਤੇ ਕੰਟਰੈਕਟ ਫਾਰਮਿੰਗ ਦੇ ਵੀ ਬੜੇ ਪੋਜ਼ਿਟਿਵ ਨਤੀਜੇ ਅਸੀਂ ਦੇਖ ਸਕਦੇ ਹਾਂ। ਨੋ ਡਾਊਟ ਉਹਨਾਂ ਦੇ ਖਰਚੇ ਜ਼ਰੂਰ ਹੈਗੇ ਵੀ ਜਦੋਂ ਕਾਰਪੋਰੇਟ ਘਰਾਣੇ ਆਉਂਦੇ ਆ ਤਾਂ ਆਮ ਲੋਕ ਦੱਬਦੇ ਹੈ ਜਾਂ ਉਹਨਾਂ ਦੇ ਹੱਕ ਜਾਣ ਦੇ ਜਿਹੜੇ ਖਦਸ਼ੇ ਰਹਿੰਦੇ ਆ, ਉਸ ਚੀਜ਼ ਨੂੰ ਸਾਨੂੰ ਦੋਨੇ ਪੱਖਾਂ ਨੂੰ ਸਾਪੇਕਸ਼ ਰੂਪ ਨਾਲ ਦੇਖਣਾ ਪਊਗਾ ਵੀ ਜੇ ਕੰਟਰੈਕਟ ਫਾਰਮਿੰਗ ਹੋਊਗੀ ਤਾਂ ਵੱਡੀਆਂ ਕੰਪਨੀਆਂ ਨੋ ਡਾਊਟ ਹੁੰਦੀਆਂ ਤੇ ਵੱਡੇ ਕੰਪਨੀਆਂ ਆਉਂਦੀਆਂ ਤਾਂ ਟੈਕਨੋਲੋਜੀ ਲੈ ਕੇ ਆਉਂਦੀਆਂ। ਜ਼ਾਹਿਰ ਜੀ ਗੱਲ ਹੈ ਟੈਕਨੋਲੋਜੀ ਦੇ ਨਾਲ ਜਾਂ ਚੰਗੇ ਸੀਡਸ ਦੇ ਨਾਲ ਚੰਗਾ ਯੀਲਡ ਆਉਂਦਾ, ਚੰਗਾ ਉਤਪਾਦ ਆਉਂਦਾ ਹੈ, ਚੰਗਾ ਉਤਪਾਦ ਆਉਂਦਾ ਤਾਂ ਚੰਗਾ ਮੁੱਲ ਵੀ ਮਿਲਦਾ ਹੈ। ਤੇ ਇਹ ਵੀ ਚੀਜ਼ਾਂ ਪਹਿਲਾਂ ਵੀ ਹੋਈਆਂ ਵੀ ਪੈਦਾਵਾਰ ਵੀ ਵਧੀ ਹੈ ਕੰਟਰੈਕਟ ਫਾਰਮਿੰਗ ਦੇ ਨਾਲ, ਤਾਂ ਆਏ ਵੀ ਵਧੀ ਹੈ। ਹਾਂ, ਪ੍ਰਾਈਸ ਜ਼ਰੂਰ ਪ੍ਰੋਪਰ ਐਸ਼ੋਰਡ ਰਹਿਣੇ ਚਾਹੀਦੇ, ਇਹਦੇ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਗੀ। ਤੇ ਜੇ ਕੋਈ ਇਹੋ ਜਿਹੇ ਖਰਚੇ ਹੈਗੇ ਆ ਵੀ ਵੱਡੀਆਂ ਕੰਪਨੀਆਂ ਨੂੰ ਛੋਟੀ ਏਕੜ ਵਾਲੇ ਜੋਤ ਵਾਲੇ ਕਿਸਾਨ ਡੀਲ ਨਹੀਂ ਕਰ ਸਕਣਗੇ, ਤਾਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਬਣ ਸਕਦੀਆਂ ਜਿਹੜੀਆਂ ਇਕੱਠਾ ਮਿਲ ਕੇ ਦਬਾਅ ਪਾ ਸਕਦੀਆਂ ਇਸ ਚੀਜ਼ ਦਾ। ਤੇ ਜੇ ਗੱਲ ਆਪਾਂ ਕਰੀਏ ਅਗਲੇ ਪੁਆਇੰਟ ਦੀ, ਉਹ ਹੈ ਸਰਕਾਰੀ ਮੰਡੀ ਹੌਲੇ ਹੌਲੇ ਖਤਮ ਹੋ ਜਾਊਗੀ। ਤਾਂ ਜਿੱਥੇ ਤੱਕ ਇਹਦੇ 'ਚ ਮੇਰਾ ਪੁਆਇੰਟ ਆਫ ਵਿਊ ਹੈ, ਕਿਤੇ ਨਾ ਕਿਤੇ ਕੰਪੀਟੀਸ਼ਨ ਦਾ ਜ਼ਮਾਨਾ ਹੈ। ਅੱਜ ਆਪਾਂ ਇੱਕ ਸਿੰਪਲ ਜੀ ਗੱਲ ਕਰੀਏ, ਇੱਕ ਆਮ ਬੰਦੇ ਨੇ ਦੀਵਾਲੀ ਦੇ ਉੱਤੇ ਜਾਂ ਦਸੰਬਰ ਦੇ ਉੱਤੇ, ਦਸੰਬਰ ਆ ਰਿਹਾ, ਕ੍ਰਿਸਮਸ ਡੇਜ਼ ਦੇ ਲੋਟ ਆਫ ਆਫਰ ਆ ਰਹੇ ਆ, ਥੈਂਕਸਗਿਵਿੰਗ ਦੇ ਵੀ ਆ ਰਹੇ ਆ। ਜੇ ਕਿਸੇ ਪਰਸਨ ਨੇ ਕੋਈ ਚੀਜ਼ ਪਰਚੇਜ਼ ਕਰਨੀ ਹੈ ਤਾਂ ਉਹ ਇੱਕ ਜਨਰਲ ਸ਼ਾਪਕੀਪਰ ਕੋਲ ਜਾ ਕੇ ਪਰਚੇਜ਼ ਕਰੂਗਾ ਜਾਂ ਐਮਾਜ਼ਨ ਤੋਂ ਪਰਚੇਜ਼ ਕਰੂਗਾ ਜਾਂ ਇਹ ਲੋਟ ਆਫ ਅਦਰ ਜਿਹੜੇ ਆਨਲਾਈਨ ਆਪਸ਼ਨਸ ਪਏ, ਜ਼ਾਹਿਰ ਜੀ ਗੱਲ ਹੈ ਜਿੱਥੋਂ ਨੂੰ ਇਹ ਲੋਟ ਆਫ ਡਿਸਕਾਊਂਟਸ ਮਿਲਦੇ ਆ। ਤੇ ਇਸੇ ਤਰ੍ਹਾਂ ਇਹ ਨਵਾਂ ਉਦਾਰਵਾਦ ਆ ਰਿਹਾ ਹੈ ਜਾਂ ਨਵਾਂ ਕਾਰਪੋਰੇਟ ਸਿਸਟਮ ਆ ਰਿਹਾ, ਉਹਦੇ ਅਕੋਰਡਿੰਗ ਕਿਸਾਨਾਂ ਨੂੰ ਆਪਦੇ ਆਪ ਨੂੰ ਢਾਲਣਾ ਵੀ ਪਊਗਾ ਤੇ ਸਰਕਾਰ ਨੂੰ ਵੀ ਉਹਨਾਂ ਦੇ ਜਿਹੜੇ ਖਦਸ਼ੇ ਹੈ ਉਹਨਾਂ ਨੂੰ ਲੀਗਲਾਈਜ਼ ਪੈਟਰਨ ਦੇ ਅਕੋਰਡਿੰਗ ਅਸ਼ੋਰ ਕਰਨਾ ਪਊਗਾ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੋਊਗਾ। ਤੇ ਨੈਕਸਟ ਪੁਆਇੰਟ ਆਪਾਂ ਲੈਨੇ ਵੀ ਐਮਐਸਪੀ ਖਤਮ ਹੋ ਜਾਊਗੀ ਤੇ ਰੀਅਲ ਸੈਂਸ ਜਿਹੜਾ, ਜੇ ਮੈਂ ਪਿਛਲੇ ਸਾਲ ਦਾ ਸਟੈਟਿਸਟਿਕਸ ਦੇਖਾਂ ਤਾਂ ਨੀਅਰ ਅਬਾਊਟ ਦੇਖਿਆ ਜਾਵੇ ਤਾਂ ਰਾਈਸ ਤੇ ਜਿਹੜਾ ਵੀਟ ਦਾ ਹੈ ਉਹ 50 ਮਿਲੀਅਨ ਟਨ ਜਿਹੜਾ ਯੀਲਡ ਆਇਆ ਹੈ ਤੇ ਉਹ ਵਿਕਿਆ ਹੀ ਹੈ, ਪ੍ਰੋਪਰ ਐਮਐਸਪੀ ਦੇ ਉੱਤੇ ਗਿਆ। ਤੇ ਹਰਿਤ ਕ੍ਰਾਂਤੀ ਵੇਲੇ ਜੋ ਰੂਲ ਐਂਡ ਰੈਗੂਲੇਸ਼ਨ ਸੀਗੇ ਜਿਹਦੇ ਕਾਰਨ ਹਰਿਤ ਕ੍ਰਾਂਤੀ ਆਈ, ਪੰਜਾਬ ਦੇ ਅੰਦਰ ਵਾਧਾ ਹੋਇਆ ਯੀਲਡ ਦੇ ਅੰਦਰ, ਜੇ ਅੱਜ ਆਪਾਂ ਸੇਮ ਉਹੀ ਪੈਟਰਨਸ ਨੂੰ ਲਾਗੂ ਰੱਖਾਂਗੇ ਤਾਂ ਨੋ ਡਾਊਟ ਅੱਜ ਆਪਾਂ ਅੱਗੇ ਨਹੀਂ ਵਧ ਸਕਦੇ। ਆਪਾਂ 91 ਦੇ ਅੰਦਰ ਦੇਖੀਏ ਭਾਰਤ ਦੀ ਜਿਹੜਾ ਅਰਥਚਾਰਾ ਸੀਗਾ ਉਹ ਉਦਾਰਵਾਦ 'ਚ ਗਿਆ ਤਾਂ ਉਹਦੇ ਆਪਾਂ ਨੂੰ ਇੰਪੈਕਟ ਦਿੰਦੇ ਆ, ਸਭ ਕੋਲ ਕੰਪਿਊਟਰਸ ਹੈ, ਲੋਟ ਆਫ ਅਦਰ ਥਿੰਗਸ ਹੈਗੀਆਂ ਤੇ ਬੜਾ ਪੋਜ਼ਿਟਿਵ ਇਹ ਮੈਟਰ 'ਚ ਆਪਾਂ ਦੇਖਦੇ ਹਾਂ ਵੀ ਅੱਜ ਆਪਣੇ ਬੱਚੇ ਅੱਗੇ ਪੜ੍ਹਦੇ ਆ ਸਾਰੀਆਂ ਚੀਜ਼ਾਂ। ਐਂਡ ਬਿਸਾਈਡ ਦੈਟ ਜਿਹੜਾ ਨੈਕਸਟ ਪੁਆਇੰਟ ਹੈ ਉਹ ਹੈ ਸਟਾਕ, ਵੀ ਕਿਤੇ ਨਾ ਕਿਤੇ ਵੱਡੇ ਵਪਾਰੀ ਜੇ ਸਟਾਕ ਕਰਨਗੇ ਤਾਂ ਉਹਦੇ ਨਾਲ ਪ੍ਰਾਈਸ ਜਿਹੜੇ ਹੈ ਬੜੇ ਵੋਲੇਟਾਈਲ ਰੂਪ ਨਾਲ ਅੱਗੇ ਜਾਂ ਪਿੱਛੇ ਉਹਨਾਂ ਦੇ ਰੇਟ ਘਟ ਸਕਦੇ ਆ। ਪਰ ਉਹਦੇ ਵਾਸਤੇ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਐਗਜ਼ਿਸਟ ਕਰਦਾ ਜਿਹੜਾ ਇਸ ਚੀਜ਼ ਨੂੰ ਕੰਟਰੋਲ ਕਰ ਸਕਦਾ ਸਪੈਸੀਫਿਕ ਰੂਲ ਨਾਲ। ਤੇ ਜੇ ਇਹ ਚੀਜ਼ਾਂ ਨਵੀਆਂ ਨਾ ਲਿਆਂਦੀਆਂ ਜਾਣਗੀਆਂ ਤਾਂ ਉਹਦਾ ਫਰਕ ਪੈ ਸਕਦਾ ਹੈ। ਤੇ ਇੱਕ ਮੁੱਦਾ ਇਹਦੇ ਨਾਲ ਸਲਾਈਟਲੀ ਹੋਰ ਉੱਠਦਾ ਹੈ ਉਹ ਇਲੈਕਟ੍ਰਿਸਿਟੀ ਦਾ। ਪੰਜਾਬ ਤੇ ਹਰਿਆਣਾ 'ਚ ਮੋਸਟਲੀ ਇਲੈਕਟ੍ਰਿਸਿਟੀ ਫ੍ਰੀ ਹੈ ਫਾਰਮਰਸ ਵਾਸਤੇ, ਪਰ ਧਿਆਨ ਨਾਲ ਦੇਖਿਆ ਜਾਵੇ ਉਸ ਇਲੈਕਟ੍ਰਿਸਿਟੀ ਦਾ ਇੰਪੈਕਟ ਕਿੱਥੇ ਹੈ। ਰੀਅਲ ਸੈਂਸ ਦੇ ਅੰਦਰ ਜਿਹੜਾ ਪੰਜਾਬ ਦਾ ਵਾਟਰ ਟੇਬਲ ਹੈ ਬਹੁਤ ਜ਼ਿਆਦਾ ਗਰਾਊਂਡ ਵਾਟਰ ਨੂੰ ਯੂਜ਼ ਕੀਤਾ ਜਾ ਰਿਹਾ, ਜਿਹਦੇ ਨਾਲ ਓਵਰਆਲ ਫੋਰ ਟਾਈਮ ਤਾਂ ਤੁਸੀਂ ਨੋ ਡਾਊਟ ਯੀਲਡ ਵਧਾ ਰਹੇ ਹੋ, ਤੁਹਾਡਾ ਰਾਈਸ ਦਾ ਜਾਂ ਤੁਹਾਡਾ ਵੀਟ ਦਾ ਜਿਹੜਾ ਉਪਜ ਹੈ ਖੇਤਰ ਵੱਧਦਾ ਜਾ ਰਿਹਾ, ਆਊਟਪੁੱਟ ਆ ਰਿਹਾ ਤੁਹਾਡੇ ਕੋਲ। ਪਰ ਜੇ ਗਰਾਊਂਡ ਵਾਟਰ ਘਟ ਰਿਹਾ ਤਾਂ ਕਿੰਦਾ ਘਟ ਰਿਹਾ? ਪੰਜਾਬ ਦਾ। ਓਵਰਆਲ ਲੋਸ ਕਿਹਨੂੰ ਹੈ? ਪੰਜਾਬ ਨੂੰ। ਇਦੋਂ ਅਗਲੇ ਜੇ ਪੁਆਇੰਟ ਤੇ ਆਪਾਂ ਜਾਈਏ ਤਾਂ ਉਹ ਹੈ ਵੀ ਨੋ ਡਾਊਟ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਪੋਰਟ ਕਿਸਾਨਾਂ ਨੂੰ ਆਲਰੇਡੀ ਮਿਲ ਰਹੀ ਹੈ ਇੱਕੋਦਮ ਇੱਕ ਲੈਵਲ ਤੇ ਖਤਮ ਨਹੀਂ ਕਰ ਦੇਣੀ ਚਾਹੀਦੀ। ਨੋ ਡਾਊਟ ਉਹਨਾਂ ਦੀ ਫੇਵਰ ਦੀਆਂ ਗੱਲਾਂ ਹੈਗੀਆਂ, ਆਪਾਂ ਨੂੰ ਕਰਨੀਆਂ ਵੀ ਪੈਣਗੀਆਂ ਕਿਉਂਕਿ ਆਪਾਂ ਵੀ ਸਮਾਜ ਦੇ ਅੰਗ ਆ ਤੇ ਸਮਾਜ ਦੇ ਇਸੇ ਭਾਈਚਾਰੇ ਦੇ ਅੰਦਰ ਵਸਦੇ ਆ। ਕੁਰਸੀ ਦੇ ਦੋਨੇ ਪਾਸੇ ਜਾਂ ਮੀਚਾਂ ਦੇ ਦੋਨੇ ਪਾਸੇ ਆਪਾਂ ਕਹਿ ਦਈਏ ਜਿਹੜੇ ਲੋਕ ਖੜੇ ਆ ਉਹ ਕਿਸਾਨ ਹੀ ਹੈ ਤੇ ਇਸ ਚੀਜ਼ ਨੂੰ ਬੜਾ ਸੋਚ ਕੇ ਚੱਲਣਾ ਪਊਗਾ। ਤੇ ਐਮਐਸਪੀ ਬਾਰੇ ਕਿਸਾਨਾਂ ਦਾ ਹੈ ਵੀ ਉਹਨਾਂ ਨੂੰ ਰਿਟਰਨ ਤੇ ਦਿੱਤਾ ਜਾਵੇ। ਸਰਕਾਰ ਨੂੰ ਡਾਊਟਿੰਗ ਤੇ ਵਿਚਾਰ ਕਰ ਰਹੀ ਹੋਊਗੀ, ਜਿੱਥੇ ਜਿਹੜੀਆਂ ਡੇਲੀ ਨਿਊਜ਼ ਅਸੀਂ ਦੇਖਦੇ ਹਾਂ, ਲੋਟ ਆਫ ਨਿਊਜ਼ ਏਜੰਸੀ ਜਿਹੜੀ ਗਵਰਨਮੈਂਟ ਦਿੰਦੀ ਹੈ ਉਹਦੇ ਉੱਤੇ ਚਰਚਾਵਾਂ ਚੱਲ ਰਹੀਆਂ, ਡੇਲੀ ਮੀਟਿੰਗਸ ਵੀ ਹੋ ਰਹੀਆਂ। ਆਈ ਥਿੰਕ ਸੋ ਇਹ ਪੋਜ਼ਿਟਿਵਲੀ ਇਹਨਾਂ ਦਾ ਸੋਲੂਸ਼ਨ ਨਿਕਲ ਆਊਗਾ। ਪਰ ਜਿੱਥੇ ਤੱਕ ਮੈਂ ਸਮਝਦਾ ਵੀ ਅੱਜ ਕਿਸਾਨ ਨੂੰ ਖਦਸ਼ਾ ਹੈ ਉਹਦੀ ਫੀਡ ਲਾਈਨ ਟੁੱਟਣ ਦਾ, ਤੇ ਉਹ ਫੀਡ ਲਾਈਨ ਕੀ ਹੈ? ਰੀਅਲ ਸੈਂਸ ਤੇ ਗੁਰਬਾਣੀ ਇੱਕ ਸ਼ਬਦ ਆਖਦੀ ਹੈ, ਕਿਰਸਾਨੀ ਕਿਰਸਾਨ ਕਰੇ ਲੋਚੇ ਜੀਓ ਲਾਏ, ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ। ਅਰਥਾਤ ਰੀਅਲ ਸੈਂਸ ਜਦੋਂ ਕਿਰਸਾਨੀ ਕਰਦਾ ਹੈ ਤਾਂ ਉਹਦਾ ਪ੍ਰਾਈਮ ਟਾਰਗੇਟ ਕੀ ਹੈ? ਆਪਦੇ ਪਰਿਵਾਰ ਨੂੰ ਪਾਲਣਾ, ਤੇ ਉਹਦੇ ਪਰਿਵਾਰ ਨੂੰ ਪਾਲਣ ਵਾਸਤੇ ਜਿਹੜੀ ਉਹਦੀ ਫੀਡ ਲਾਈਨ ਹੈ, ਉਹਦੀ ਐਗਰੇਰੀਅਨ ਇਨਕਮ ਹੈ, ਜਦੋਂ ਉਹਨੂੰ ਲੱਗਦੀ ਹੈ ਵੀ ਡਾਮਾਡੋਲ ਹੁੰਦੀ ਤੇ ਜ਼ਾਹਿਰ ਜੀ ਗੱਲ ਹੈ ਉਹਦਾ ਵਿਰੋਧ ਕਰਨਾ ਬਾਈ ਡਿਫਾਲਟ ਬਣਦਾ ਹੈ। ਪਰ ਇਸ ਚੀਜ਼ ਨੂੰ ਸਿਸਟਮੈਟਿਕਲੀ ਸੋਰਟ ਆਊਟ ਕੀਤਾ ਜਾ ਸਕਦਾ ਹੈ। ਡਾਇਰੈਕਟਲੀ ਆਪਾਂ ਬੜੇ ਸਟ੍ਰਿੰਜੈਂਟ ਰੂਲਸ ਨਾ ਇੰਪੋਜ਼ ਕਰੀਏ, ਨਾ ਕਰਕੇ ਰੀਅਲ ਸੈਂਸ ਕਿਸਾਨਾਂ ਨੂੰ ਪ੍ਰੋਬਲਮ ਹੈ ਉਹਨਾਂ ਦੀ ਆਏ ਰੁਕੂਗੀ,
ਉਹਨਾਂ ਦੀ ਆਮਦਨ ਰੁਕੂਗੀ। ਤਾਂ ਰੀਅਲ ਸੈਂਸ ਅੱਜ ਇੱਕ ਪ੍ਰੋਬਲਮ ਹੋਰ ਵੀ ਹੈ, ਕੁਆਲਿਟੀ ਆਫ ਐਜੂਕੇਸ਼ਨ ਦੀ ਬੜੀ ਘਾਟ ਹੈ। ਜੇ ਕਿੱਤਾ ਮੁਖੀ ਐਜੂਕੇਸ਼ਨ, ਕਿੱਤਾ ਮੁਖੀ ਸਿੱਖਿਆ ਦਿੱਤੀ ਜਾਊਗੀ ਤਾਂ ਜਿਹੜੇ ਇਨਕਮ ਦੇ ਸਾਧਨ ਹੈ ਉਹ ਵਧਣਗੇ, ਤਾਂ ਕਿਤੇ ਨਾ ਕਿਤੇ ਡਿਪੈਂਡੈਂਸੀ ਜਿਹੜੀ ਐਗਰੀਕਲਚਰ ਤੇ ਬਾਈ ਡਿਫਾਲਟ ਰੁਕੂਗੀ। ਇਸ ਇਸ਼ੂ ਦੇ ਅੰਦਰ ਵਪਾਰੀ ਦੇ ਆਪਦੇ ਖਦਸ਼ੇ ਹੈ, ਮਜ਼ਦੂਰ ਦੇ ਆਪਦੇ ਖਦਸ਼ੇ ਹੈ, ਕਿਸਾਨ ਦੇ ਆਪਦੇ ਹੈ ਤੇ ਸਰਕਾਰ ਦੇ ਆਪਦੇ ਹੈ। ਅੱਜ ਇੰਟਰਨੈਸ਼ਨਲ ਮਾਰਕੀਟ ਦੇ ਅੰਦਰ ਜੇ ਬਾਹਰ ਸਸਤਾ ਅਨਾਜ ਪੈਦਾ ਹੋ ਰਿਹਾ ਤੇ ਜ਼ਹਿਰ ਜੀ ਗੱਲ ਹੈ, ਤੁਸੀਂ ਜੋ ਇੰਡੀਆ ਦੇ ਅੰਦਰ ਆਉਂਦਾ ਹੈ, ਜੇ ਇੰਪੋਰਟ ਹੁੰਦਾ ਹੈ ਤਾਂ ਆਪਣੇ ਅਨਾਜ ਨੂੰ ਕੌਣ ਖਰੀਦੂਗਾ ਜਿਹੜਾ ਆਪਾਂ ਪੈਦਾ ਕਰੀ ਜਾਂਦੇ ਹਾਂ। ਤੇ ਕਿਤੇ ਨਾ ਕਿਤੇ ਜਿਹੜਾ ਆਪਾਂ ਪ੍ਰੋਡਿਊਸ ਕਰਾਂਗੇ ਉਹ ਪ੍ਰਭਾਵ ਚ ਆਉਂਦਾ ਹੈ। ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਿਚਾਰ ਕੇ ਕਿਸਾਨ ਨੂੰ ਵੀ ਬੜੀ ਜਿਹੜੀ ਖੇਤੀ ਦਾ ਪੈਟਰਨ ਹੈ ਉਹ ਚੇਂਜ ਕਰਨਾ ਚਾਹੀਦਾ, ਅਗਾਂਹ ਉਹਨੂੰ ਸੋਚ ਰੱਖਣੀ ਚਾਹੀਦੀ। ਨੋਟ ਓਨਲੀ ਫॉर ਰਾਈਸ ਐਂਡ ਵੀਟ ਦੀ ਡਿਪੈਂਡੈਂਸੀ ਉਹਨਾਂ ਨੂੰ ਰੱਖਣੀ ਚਾਹੀਦੀ, ਬੇਸ਼ੱਕ ਉਹ ਤੇ ਐਮਐਸਪੀ ਮਿਲ ਰਹੀ ਹੈ, ਪਰੰਤੂ ਇਹ ਚੀਜ਼ ਖੇਤੀ ਕਰਨੀ ਚਾਹੀਦੀ ਹੈ ਜਿਹਦੇ ਨਾਲ ਆਮ ਲੋਕਾਂ ਨੂੰ ਬੈਨੀਫਿਟ। ਜਿਹੜੇ ਕਿ ਪੰਜਾਬ ਦੇ ਜਿਹੜੇ ਕਿਸਾਨ ਆ ਉਹਨਾਂ ਦੇ, ਜਿਵੇਂ ਤੁਸੀਂ ਕੰਟਰੈਕਟ ਫਾਰਮਿੰਗ ਦੀ ਗੱਲ, ਮੈਨੂੰ ਤੁਹਾਡੇ ਰਾਜਸਥਾਨ ਦਾ ਤਾਂ ਪਤਾ ਨਹੀਂ, ਕਿਉਂਕਿ ਮੈਂ 5-10 ਵਾਰੀ ਵੈਸੇ ਘੁੰਮਣ ਫਿਰਨ ਆਇਆ, ਮੈਂ ਪੰਜਾਬ ਪੁਆਇੰਟ ਆਫ ਵੀ ਨਾਲ ਗੱਲ ਕਰਦਾ। ਸਾਡੇ ਇੱਥੇ ਖੰਡ ਮਿੱਲਾਂ ਹੈਗੀਆਂ, ਬਹੁਤ ਹੈਗੀਆਂ, ਉਹਦੇ ਵਿੱਚ ਜਿਹੜੇ ਕਿਸਾਨ ਆ ਇਹ ਗੰਨਾ ਉਹ ਬੀਜਦੇ ਹੈਗੇ, ਕਰਦੇ ਹੈਗੇ। 1 ਸਾਲ ਤਾਂ ਨਾਰਮਲ ਹੁੰਦੀ ਪੇਮੈਂਟ ਡਿਲੇ ਹੋਣੀ, ਕਈ ਕੇਸਿਸ ਵਿੱਚ 2 ਸਾਲ ਵੀ। ਪਿਛਲੇ ਸਾਲ ਵੀ ਮੇਰੇ ਖਿਆਲ ਕਿਸਾਨਾਂ ਨੇ ਇੱਥੇ ਫਗਵਾੜਾ ਮਿਲ ਤੇ ਹੋਰ ਕਈ ਜਗ੍ਹਾ ਧਰਨੇ ਦਿੱਤੇ ਹੈਗੇ। ਇਹ ਰਿਟਨ ਵਿੱਚ ਕਾਨੂੰਨ ਸਾਨੂੰ ਬੜੇ ਵਧੀਆ ਲੱਗਦੇ ਆ, ਉਹ ਵੀ ਜਿਹੜੇ ਸਾਡੇ ਭਾਰਤ ਦੇ ਕਾਨੂੰਨ ਲਿਖਣ ਵਿੱਚ ਜਿਹੜੇ ਰਿਟਨ ਵਿੱਚ ਬੜੇ ਵਧੀਆ ਲੱਗਦੇ। ਜਦੋਂ ਉਹਦਾ ਦਾ ਪ੍ਰੈਕਟੀਕਲ ਆਸਪੈਕਟ ਆ ਉਹਦੇ ਤੇ ਬੜਾ ਬੰਦੇ ਨੂੰ ਮਾਯੂਸੀ ਹੁੰਦੀ ਹੈਗੀ ਆ। ਇਹ ਇੱਕ ਜਿਹੜਾ ਗੈਪ ਆ ਉਹ ਕਿਵੇਂ ਦੂਰ ਹੋਵੇ? ਦੇਖੋ ਜੀ, ਨੋਟ ਓਨਲੀ ਫॉर ਐਗਰੀਰੀਅਨ ਬਿਲਸ ਆਪਾਂ ਕਹਿ ਦਈਏ ਵੀ ਸਿਰਫ ਐਗਰੀਕਲਚਰ ਦੇ ਅੰਦਰ ਇਹ ਕਨਸੈਪਟ ਹੈਗਾ। ਤੁਸੀਂ ਰੋਡ ਸੇਫਟੀ ਐਕਟ ਦੇਖ ਲਓ, ਇਹ ਲੋਟ ਆਫ ਬੜੇ ਆਮ ਜੀ ਗੱਲ ਹੈ ਵੀ ਇੱਕ ਆਮ ਬੰਦੇ ਵਾਸਤੇ ਜਦੋਂ ਉਹਨੂੰ ਦੁਪਹੀਆ ਵਾਹਨ ਚਲਾਉਣਾ ਹੈ ਤਾਂ ਉਹਨੂੰ ਹੈਲਮਟ ਪਾਉਣਾ ਬਹੁਤ ਜ਼ਰੂਰੀ ਕੀਤਾ ਹੋਇਆ ਹੈ ਤੇ ਬੜਾ ਸੋਹਣਾ ਰੂਲ ਵੀ ਹੈ। ਪਰ ਜਦੋਂ ਸਰਕਾਰ ਇਸ ਚੀਜ਼ ਨੂੰ ਇੰਪੋਜ਼ ਕਰਦੀ ਹੈ ਤਾਂ ਆਮ ਲੋਕ ਕਿਤੇ ਨਾ ਕਿਤੇ ਦੇਖਿਆ ਇਹਦਾ ਵਿਰੋਧ ਹੁੰਦਾ ਹੈ। ਤੇ ਜਦੋਂ ਇਹ ਸਾਰੀਆਂ ਚੀਜ਼ਾਂ ਦੇਖਦੇ, ਜਦੋਂ ਐਕਸੀਡੈਂਟ ਹੁੰਦਾ ਤੇ ਆਪਾਂ ਹੀ ਇਸ ਚੀਜ਼ ਨੂੰ ਡਿਨਾਈ ਕਰਦੇ ਹਾਂ ਵੀ ਇਹ ਚੀਜ਼ ਹੋਣੀ ਚਾਹੀਦੀ ਸੀਗੀ। ਤੇ ਦੋਨੇ ਪਾਸੇ ਦੀਆਂ ਜਿਹੜੀਆਂ ਧਿਰਾਂ ਹੈਗੀਆਂ ਉਹ ਰੀਅਲ ਸੈਂਸ ਇੰਡੀਅਨਸ ਹੈ, ਬੀ ਫਰੈਂਕ ਕਵਾਂ, ਆਪਣੇ ਹੀ ਸਿਟੀਜ਼ਨਸ ਹੈ ਤੇ ਆਪਣੇ ਹੀ ਵੱਲੋਂ ਚੁਣੇ ਹੋਏ ਨੁਮਾਇੰਦੇ ਹੈ। ਤਾਂ ਰੀਅਲ ਸੈਂਸ ਕਿਸਾਨਾਂ ਨੂੰ ਅੱਜ ਵਰਬਲ ਗੱਲਾਂ ਤੇ ਭਰੋਸਾ ਨਹੀਂਗਾ, ਉਹਦੇ 'ਚ ਵੀ ਕਮੀ ਸਾਡੀ ਹੋਈ ਹੈ ਵੀ ਆਪਾਂ ਜਿਹੜੇ ਲੋਕ ਚੁਣ ਕੇ ਭੇਜਦੇ ਆ ਉਹ ਆਪਣੀਆਂ ਗੱਲਾਂ ਤੇ ਖਰੇ ਨਹੀਂ ਉਤਰ ਪਾਉਂਦੇ, ਜਾਂ ਹੋ ਸਕਦਾ ਕਾਰਪੋਰੇਟ ਘਰਾਣੇ ਦੇ ਦਬਾਅ 'ਚ ਆ ਜਾਂਦੇ ਆ ਮੌਕੇ ਦੇ ਉੱਤੇ। ਤੇ ਇਸ ਚੀਜ਼ ਦਾ ਜ਼ਰੂਰ ਕਿਸਾਨ ਦੇ ਖਦਸ਼ਿਆਂ ਨੂੰ ਦੂਰ ਕਰਨਾ ਚਾਹੀਦਾ ਤੇ ਆਪਸ ਬਹਿ ਕੇ ਇਸ ਗੱਲ ਨੂੰ ਨਿਬੇੜਨਾ ਚਾਹੀਦਾ। ਨੋ ਡਾਊਟ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਅੰਦਰ ਅਸੀਂ ਬੈਠੇ ਹਾਂ ਤੇ ਜਦੋਂ ਤਾਈਂ ਅਸੀਂ ਰਿਟਨ 'ਚ ਗੱਲਾਂ ਨਾ ਕਰੀਏ ਤੇ ਉਹਨਾਂ ਦੇ ਉੱਤੇ ਅਸੀਂ ਖਰੇ ਨਾ ਉਤਰ ਸਕੀਏ ਤਾਂ ਬਹੁਤ ਵੱਡੀ ਪ੍ਰੋਬਲਮੈਟਿਕ ਜਿਹੜੀਆਂ ਆਪਣੇ ਸਾਹਮਣੇ ਐਟ ਪ੍ਰੈਜ਼ੈਂਟ ਆ ਰਹੀਆਂ ਤੇ ਇਹ ਕਮਿਟਮੈਂਟ ਨੂੰ ਪੂਰਾ ਹੋਣਾ ਚਾਹੀਦਾ। ਤੇ ਸੰਸਦ ਦੇ ਅੰਦਰ ਜਿਹੜੀ ਗੱਲ ਬੋਲ ਦਿੱਤੀ ਜਾਂਦੀ ਹੈ, ਜਾਂ ਨੋ ਡਾਊਟ ਇੱਕ ਵੱਡਾ ਦਾਨਿਸ਼ਮੰਦ ਬੰਦਾ, ਇੱਕ ਪੋਲੀਟੀਕਲ ਬੰਦਾ ਜਦੋਂ ਇੱਕ ਸਟੇਟਮੈਂਟ ਦਿੰਦਾ ਤਾਂ ਨੋ ਡਾਊਟ ਉਹਦੀ ਲਾਇਬਿਲਿਟੀ ਜ਼ਰੂਰ ਫਿਕਸ ਹੋਣੀ ਚਾਹੀਦੀ ਹੈ ਵੀ ਉਸ ਬੰਦੇ ਨੇ ਇਹ ਗੱਲ ਆਖੀ ਹੈ ਤਾਂ ਉਹਨੂੰ ਉਸ ਤੇ ਖਰਾ ਉਤਰਨਾ ਚਾਹੀਦਾ। ਅੱਛਾ, ਇੱਕ ਮੈਨੂੰ ਦੱਸੋ, ਜਿਵੇਂ ਗੰਗਾ ਨਗਰ ਬੈਲਟ, ਇੱਥੇ ਤਾਂ ਪੰਜਾਬ ਦੇ ਬਹੁਤ ਸਾਰੇ ਲੋਕੀ ਜਦੋਂ ਇਹ ਰੇਤਲਾ ਇਲਾਕਾ ਸੀ ਮਾਈਗ੍ਰੇਟ ਹੋਏ ਹੈਗੇ। ਹੁਣ ਤਾਂ ਇਹ ਖੈਰ ਪੰਜਾਬ ਵਰਗਾ ਇਲਾਕਾ, ਖੇਤੀ ਵੀ ਬਹੁਤ ਹੁੰਦੀ ਹੈਗੀ। ਈਵਨ ਬੀਕਾਨੇਰ, ਜੈਸਲਮੇਰ ਤਾਂ ਹੀ ਮੈਂ ਗਿਆ ਹੈਗਾ, ਹੁਣ ਤਾਂ ਦੇਰ ਹੋ ਗਈ ਆ ਮੈਨੂੰ, ਮੇਰੇ ਖਿਆਲ ਉੱਧਰ ਵੀ ਕਾਫੀ ਅੱਛੀ ਖੇਤੀ ਹੁੰਦੀ ਹੋਏਗੀ। ਆਮ ਜਿਹੜੇ ਪੰਜਾਬ ਦੇ ਕਿਸਾਨ, ਉੱਧਰ ਰਾਜਸਥਾਨ ਦੇ ਜਾਂ ਜਿਹੜੇ ਲੋਕਲ ਕਿਸਾਨ, ਉਹਨਾਂ ਦਾ ਇਹਨਾਂ ਬਿੱਲਾਂ ਜਾਂ ਕਾਨੂੰਨਾਂ ਬਾਰੇ ਕੀ ਖਦਸ਼ਾ ਹੈਗਾ? ਕੁਛ ਹੈ ਕਿ ਜਾਂ? ਦੇਖੋ, ਸੇਮ ਪੁਆਇੰਟ ਆਫ ਵਿਊ ਪੰਜਾਬ ਦਾ ਕਿਸਾਨ ਤੇ ਰਾਜਸਥਾਨ ਦਾ ਕਿਸਾਨ ਇਸ ਪੁਆਇੰਟ ਵਾਸਤੇ ਰੱਖਦਾ ਕਿਉਂਕਿ APMC ਇੱਥੇ ਵੀ ਐਗਜ਼ਿਸਟ ਕਰਦੀ ਹੈ, MSP ਇੱਥੇ ਵੀ ਰਿਕੁਆਇਰਡ ਹੈਗੀ ਤੇ ਨੋ ਡਾਊਟ ਪੰਜਾਬ 'ਚ ਵੀ ਹੈਗੀ ਹੈ। ਤੇ ਰਹੀ ਗੱਲ ਪੰਜਾਬ ਤੋਂ ਇੱਥੇ ਆਏ ਮਾਈਗ੍ਰੇਸ਼ਨ ਦੀ, ਤਾਂ ਰੀਅਲ ਸੈਂਸ 1927 ਦੇ ਅੰਦਰ ਜਦੋਂ ਗੰਗ ਕਨਾਲ ਇੱਥੇ ਆਈ ਹੈ ਤਾਂ ਈਵਨ ਤੋਂ ਮੈਂ ਖੁਦ ਮਾਈਗ੍ਰੇਟਡ ਕਿਸਾਨ ਹਾਂ, ਮੇਰਾ ਜੱਦੀ ਪਿੰਡ ਕਟਾਣੀ ਹੈ ਲੁਧਿਆਣਾ। ਹਾਂ, ਤੇ ਨੋ ਡਾਊਟ ਮੈਂ ਖੁਦ ਮਾਈਗ੍ਰੇਟਡ ਹੈ, ਮੈਂ ਖੁਦ ਕਿਸਾਨ, ਮੈਂ ਕਟਾਣੀ ਤੋਂ ਬਿਲੋਂਗ ਕਰਦਾ। ਤੇ ਇਸ ਕਰਕੇ ਖਦਸ਼ੇ ਦੋਨੇ ਪਾਸੇ ਸੇਮ ਹੈ, ਇਹਦੇ 'ਚ ਕੋਈ ਦੋਰਾਏ ਵਾਲੀ ਗੱਲ ਨਹੀਂ, ਪਰ ਇਹਨਾਂ ਦਾ ਨਿਸਤਾਰਨ ਕਿਤੇ ਨਾ ਕਿਤੇ ਬਹਿ ਕੇ ਤੇ ਬੜੇ ਜਮਹੂਰੀ ਤਰੀਕੇ ਨਾਲ ਨਿਕਲਣਾ ਚਾਹੀਦਾ ਜੀ। ਇੱਕ ਪਾਸੇ ਦੇਖੋ, ਜਿਵੇਂ ਗਵਰਨਮੈਂਟ ਆਫ ਇੰਡੀਆ, ਭਾਰਤ ਸਰਕਾਰ ਨੇ ਵੀ ਬਹੁਤ ਕੰਮ ਕਰਨੇ ਹੁੰਦੇ ਹੈਗੇ, ਕਿਉਂਕਿ ਸਾਨੂੰ ਪਤਾ ਬਾਰਡਰ ਤੇ ਚੀਨ ਨਾਲ ਵੀ ਮਸਲਾ ਹੈਗਾ, ਹੋਰ ਕੰਟਰੀਆਂ ਨਾਲ ਵੀ ਮਸਲਾ ਹੈਗਾ। ਇਹਦਾ ਕਿਸਾਨਾਂ ਦੀ ਵੀ ਜਿਹੜੀ ਹੈਗੀ 3-4 ਮਹੀਨੇ ਤੋਂ ਇਹ ਵਿਚਾਰਿਆਂ ਨੇ ਆਰਥਿਕਤਾ ਕੁਛ ਕੀਤੀ ਨਹੀਂ ਹੈਗੀ। ਇਹਦਾ ਮਤਲਬ ਦੇਸ਼ ਦਾ ਵੀ ਲਾਸ ਆ, ਕਿਸਾਨਾਂ ਦਾ ਵੀ ਲਾਸ ਆ, ਓਵਰਆਲ ਉਹ ਜਿਹੜਾ ਮਤਲਬ ਟੋਟਲ ਦੇਸ਼ ਦਾ ਹੀ ਲਾਸ ਹੈਗਾ। ਉਹ ਸਰਕਾਰ ਨੇ ਵੀ ਟੈਕਸ ਲਾ ਕੇ ਫੇਰ ਭਰਪਾਈ ਕਰਨੀ ਹੈਗੀ ਆ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਦੇਖੋ नो डाउट देखो टैक्सिस ਦੇ ਬਿਨਾ ਗਵਰਨਮੈਂਟਸ ਨਹੀਂ ਚੱਲ ਸਕਦੀਆਂ। ਟੈਕਸਿਸ ਦੇ ਨਾਲ ਹੀ ਜੋ ਫੈਸਿਲਿਟੀਜ਼ ਸਾਨੂੰ ਮਿਲਦੀਆਂ ਅੱਜ ਅਸੀਂ ਜੇ ਸਿਕਿਉਰ ਆਪਦੇ ਘਰਾਂ 'ਚ ਬੈਠੇ ਹਾਂ ਤੇ ਜ਼ਾਹਰ ਜੀ ਗੱਲ ਹੈ ਜੇ ਜਿਹੜੇ ਫੌਜੀ ਸੇਵਾ ਦੇਈ ਜਾਂਦੇ ਆ ਬਾਰਡਰ ਦੇ ਉੱਤੇ ਉਹ ਹੈ ਤੇ ਉਹ ਜਿਹੜੀ ਇਨਕਮ ਨਿਕਲ ਰਹੀ ਉਹ ਟੈਕਸਿਸ ਦੇ ਮਾਰਫਤ ਹੀ ਆ ਰਹੀ ਹੈ ਸਾਰੀ ਦੀ ਸਾਰੀ। ਪਰੰਤੂ ਟੈਕਸਿਸ ਦਾ ਇੱਕ ਬੜਾ ਸੰਤੁਲਨ ਕੱਢਣਾ ਪੈਂਦਾ। ਦੇਖੋ ਨਵੇਂ ਐਕਟ ਆਉਂਦੇ ਆ ਉਹਨਾਂ ਦਾ ਵਿਰੋਧ ਬਾਈ ਡਿਫਾਲਟ ਹੁੰਦਾ ਕਿਉਂਕਿ ਆਮ ਲੋਕਾਂ ਦੇ ਅੰਦਰ ਜਿਹੜੀ ਲਿਟਰੇਸੀ ਦਾ ਲੈਵਲ ਹੈਗਾ ਤਾਂ ਜਾਂ ਜਿਹੜੀ ਦੂਰਅੰਦੇਸ਼ੀ ਹੈ ਉਹ ਉਨੀ ਨਹੀਂ ਹੁੰਦੀ ਜਿੰਨੀ ਕਿ ਰਿਕੁਆਇਰਡ ਹੁੰਦੀ ਹੈ ਫॉर ਟਾਈਮ ਬੀਇੰਗ। ਤੇ ਉਸ ਚੀਜ਼ ਦਾ ਸੁਧਾਰ ਵੀ ਹੋ ਸਕਦਾ। ਕਈ ਵਾਰ ਜਨਤਾ ਦੇ ਖਰਚੇ ਵੀ ਸਹੀ ਹੁੰਦੇ ਤੇ ਕਈ ਵਾਰ ਗਵਰਨਮੈਂਟ ਦੇ ਖਰਚੇ ਵੀ ਸਹੀ ਹੁੰਦੇ। ਟੈਕਸਿਸ ਬਹੁਤ ਜ਼ਰੂਰੀ ਹੈਗੇ ਆ ਪਰ ਟੈਕਸਿਸ ਇੰਨੇ ਨਹੀਂ ਹੋਣੇ ਚਾਹੀਦੇ ਵੀ ਆਮ ਲੋਕਾਂ ਦੀ ਚੰਮ ਪੱਟੀ ਜਾ ਸਕੇ। ਇਹ ਅੰਦੋਲਨ ਅੱਜ ਦੇ ਨਹੀਂ ਹੋ ਰਹੇ। ਆਪਾਂ 1907 ਦੇ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ ਭਾਵੇਂ ਅੱਜ ਦੀ ਕਰ ਲਈਏ ਤੇ ਭਾਵੇਂ ਇਨ ਫਿਊਚਰ ਜਿਹੜੇ ਹੋਣਗੇ ਤੇ ਨੋ ਡਾਊਟ ਜਿਹੜਾ ਲੋਕਤੰਤਰ ਦੇ ਅੰਦਰ ਵਿਰੋਧ ਦਾ ਸਵਰ ਬਣਿਆ ਰਹਿੰਦਾ ਤੇ ਇਹੀ ਲੋਕਤੰਤਰ ਦੀ ਜਿਹੜੀ ਸੁਨਹਿਰੀ ਪਛਾਣ ਹੈ ਵੀ ਹਰ ਬੰਦੇ ਨੂੰ ਆਪਦੀ ਗੱਲ ਰੱਖਣ ਦਾ ਹੱਕ ਤੇ ਹਕੂਕ ਦਾ ਗੱਲ ਹੈਗਾ ਹੱਕ ਹੈਗਾ ਤੇ ਇਹਦੇ ਅਕੋਰਡਿੰਗ ਅੱਗੇ ਵਧਿਆ ਜਾਂਦਾ ਕਿ ਟੈਕਸਿਸ ਬਹੁਤ ਰਿਕੁਆਇਰਡ ਹੈਗੇ ਆ ਬਟ ਟੈਕਸਿਸ ਨੋਮੀਨਲ ਹੋਣੇ ਚਾਹੀਦੇ ਆ ਤੇ ਇਹ ਕਿਤੇ ਨਾ ਕਿਤੇ ਜਿਹੜਾ ਲੋਕਤੰਤਰ ਦਾ ਬਣਨਾ ਤੇ ਭਾਰਤ ਦਾ ਬਣਨਾ ਇੱਕ ਲੋਕ ਕਲਿਆਣਕਾਰੀ ਰਾਜ ਦੇ ਵੱਲ ਵਧਣਾ ਹੈ ਤਾਂ ਕਿ ਲੋਕਾਂ ਦਾ ਕਲਿਆਣ ਹੋ ਸਕੇ। ਸਰਕਾਰ ਕਾਹਦੇ ਵਾਸਤੇ ਲੋਕਾਂ ਦੇ ਕਲਿਆਣ ਵਾਸਤੇ ਹੈ ਲੋਕਾਂ ਦੇ ਭਲੇ ਵਾਸਤੇ ਹੈ ਤੇ ਉਸ ਚੀਜ਼ ਨੂੰ ਮੁੱਢ 'ਚ ਰੱਖਦੇ ਹੋ ਜੇ ਟੈਕਸਿਸ ਲਾਏ ਜਾਂਦੇ ਤਾਂ ਨੋ ਡਾਊਟ ਉਹ ਸਾਨੂੰ ਬੇਅਰ ਕਰਨੇ ਪੈਂਦੇ ਆ। ਅੱਜ ਸਾਡੀ ਜਨਰੇਸ਼ਨ ਬੀ ਫਰੈਂਕ ਮਾਸੀ ਸਰਵਿਸ ਹੈਗੇ ਆ ਤੇ ਜਿਹੜੇ ਸਾਡੇ ਬੱਚੇ ਹੈ ਉਹ ਅੱਜ ਜੇ ਬੀ ਫਰੈਂਕ ਕਹੀਏ ਜੇ ਕੈਨੇਡਾ ਨੋ ਡਾਊਟ ਵੈਸਟਰਨ ਕੰਟਰੀਜ਼ ਦੇ ਅੰਦਰ ਮੂਵ ਕਰਦੇ ਕਿਉਂ ਮੂਵ ਕਰਦੇ ਬਿਕੋਜ਼ ਉਹਨਾਂ ਨੂੰ ਚੰਗਾ ਸਿਸਟਮ ਮਿਲਦਾ ਉੱਥੇ ਸਿਕਿਉਰ ਸਿਸਟਮ ਮਿਲਦਾ। ਉਹ ਕਾਰਨ ਕੀ ਹੈ ਕਿਉਂਕਿ ਟੈਕਸਿਸ ਹੈ ਵੀ 30% ਉਹਨਾਂ ਦੇ ਸਟੇਟ ਟੈਕਸਿਸ ਹੈ 10 to 20% ਉਹਨਾਂ ਦੀ ਫੈਡਰਲ ਟੈਕਸਿਸ ਹੈ ਨੀਅਰ ਅਬਾਊਟ 50% ਉਹ ਟੈਕਸ ਪੇ ਕਰਕੇ ਵੀ ਉਹਨਾਂ ਕੰਟਰੀਆਂ 'ਚ ਖੁਸ਼ ਹੈ। ਕਿਉਂ? ਕਿਉਂਕਿ ਉੱਥੋਂ ਦੇ ਜਿਹੜੇ ਦਾਨਿਸ਼ਮੰਦ ਲੋਕ ਹੈ ਉਹ ਟੈਕਸ ਭਰਨ ਤੋਂ ਬਾਅਦ ਉਹ ਸਰਵਿਸ ਅਵੇਲ ਕਰਦੇ ਆ। ਪਰ ਅਫਸੋਸ ਦੀ ਗੱਲ ਕਈ ਵਾਰ ਇਹ ਕਹਿਣੀ ਪੈ ਜਾਂਦੀ ਹੈ ਕਿ ਟੈਕਸ ਭਰ ਕੇ ਵੀ ਅਸੀਂ ਸਰਵਿਸ ਅਵੇਲ ਕਰ ਸਕਾਂਗੇ। ਇਹ ਮੈਟਰ ਜ਼ਰੂਰ ਹੈ ਟੈਕਸਿਸ ਲਏ ਜਾਣ ਪਰੰਤੂ ਜਨਤਾ ਦਾ ਫਾਇਦਾ ਹੋਵੇ ਜੀ। ਅੱਛਾ ਇੱਕ ਦੋ ਗੱਲਾਂ ਮੈਂ ਹੋਰ ਜਿਹੜਾ ਜਾਣਨੀਆਂ ਚਾਹੁੰਦਾ ਹੈਗਾ ਜਿਵੇਂ ਪੰਜਾਬ ਦੇ ਜਿਹੜੇ ਕਿਸਾਨ ਹੈਗੇ ਆ ਨੋ ਡਾਊਟ ਅੱਜ ਕੱਲ੍ਹ ਉਹ ਪੜ੍ਹੇ ਲਿਖੇ ਵੀ ਬਹੁਤ ਹੈਗੇ ਆ ਪਰ ਇੱਕ ਜਿਹੜੀਆਂ ਬਹੁਤ ਸਾਰੇ ਜਿਵੇਂ 20% ਦਾ ਜ਼ਿਆਦਾ ਜ਼ਮੀਨਾਂ ਵਾਲੇ ਆ ਤੁਹਾਡੇ ਰਾਜਸਥਾਨ 'ਚ ਵੀ ਮੇਰੇ ਖਿਆਲ ਜ਼ਿਆਦਾ ਹੋਣਗੀਆਂ 80% 75-80% ਉਹ 2 ਤੋਂ 5 ਏਕੜ ਜ਼ਮੀਨ ਹੈਗੀ ਆ। ਉਹ ਮਤਲਬ ਜਿਹਨੂੰ ਪੰਜਾਬੀ 'ਚ ਕਹਿੰਦੇ ਹੈਗੇ ਆ ਬੜੀ ਮੁਸ਼ਕਲ ਨਾਲ ਦਾਲ ਫੁਲਕਾ ਖਾਂਦੇ ਹੈਗੇ ਹੈਂਡ ਟੂ ਮਾਊਥ ਹੁੰਦੇ ਹੈਗੇ। ਕਈਆਂ ਨੇ ਕਰਜ਼ੇ ਵੀ ਲਏ ਹੁੰਦੇ ਆ। ਫਿਰ ਇੱਕ ਜਿਹੜਾ ਅੱਜ ਕੱਲ੍ਹ ਜਿਹੜਾ ਲਾਈਫ ਸਟਾਈਲ ਵੀ ਬੱਚਿਆਂ ਨੂੰ ਜਿਹੜਾ ਕਿਸਾਨਾਂ ਨੂੰ ਪੂਰਾ ਕਰਨਾ ਪੈਂਦਾ ਹੈਗਾ ਉਹਦੇ ਕਰਕੇ ਕਰਜ਼ੇ ਦੇ ਥੱਲੇ ਵੀ ਆਏ ਹੁੰਦੇ। ਇਸੇ ਕਰਕੇ ਰੈਗੂਲਰ ਇਨਕਮ ਨਾ ਹੋਣ ਕਰਕੇ ਸੁਸਾਈਡ ਬਹੁਤ ਆ ਪੰਜਾਬ ਵਿੱਚ। ਰਾਜਸਥਾਨ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ ਤੇ ਇਹ ਇੱਕ ਬੈਲੈਂਸ ਜਿਹਾ ਮਸਲਾ ਕਿਵੇਂ ਹੋਵੇ ਜਿਹੜਾ ਕਿਸਾਨਾਂ ਦੀ ਇੱਕ ਰੈਗੂਲਰ ਇਨਕਮ ਹੋਵੇ ਜਿੰਨੀ ਕਿ ਐਟਲੀਸਟ ਮਿਹਨਤ ਕਰਦਾ ਹੈਗਾ ਉਨੀ ਕੁ ਉਹਨੂੰ ਰਿਟਰਨ ਜ਼ਰੂਰ ਆਵੇ। ਦੇਖੋ ਜੀ ਨੋ ਡਾਊਟ ਇਹਦੇ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ। ਜਿਹੜੀਆਂ ਪ੍ਰੋਬਲਮਸ ਪੰਜਾਬ 'ਚ ਕਿਸਾਨੀ ਦੇ ਨਾਲ ਐਗਜ਼ਿਸਟ ਕਰਦੀਆਂ ਸੇਮ ਐਜ਼ ਇਟ ਇਜ਼ ਹਰਿਆਣਾ ਤੇ ਰਾਜਸਥਾਨ 'ਚ ਵੀ ਹੋਈ ਹੈ ਐਜ਼ ਲਾਈਕ ਕਰਜ਼ਿਆਂ ਤੇ ਜਿਹੜਾ ਮੈਟਰ ਹੈ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਜਦੋਂ ਤਾਈਂ ਐਜੂਕੇਸ਼ਨ ਨੂੰ ਕਿੱਤਾ ਮੁਖੀ ਨਹੀਂ ਬਣਾਇਆ ਜਾਂਦਾ ਤੇ ਡਿਪੈਂਡੈਂਸੀ ਸਿਰਫ ਇੱਕ ਸੋਰਸ ਦੇ ਉੱਤੇ ਨਹੀਂ ਹਟੂਗੀ ਉਦੋਂ ਦੀ ਪ੍ਰੋਬਲਮ ਆਉਣਗੀਆਂ। ਜੇ ਮਲਟੀਪਲ ਸੋਰਸਿਸ ਤੋਂ ਇਨਕਮ ਆਊਗੀ ਤਾਂ ਜ਼ਾਹਿਰ ਜੀ ਗੱਲ ਹੈ ਤਾਂ ਬੰਦਿਆਂ ਦੇ ਅੰਦਰ ਸੁਧਾਰ ਹੋਊਗਾ ਤੇ ਅਗਾਂਹ ਵਧੂ ਸੋਚ ਪੈਦਾ ਹੋਊਗੀ। ਪਰ ਸਾਡੀ ਡਿਪੈਂਡੈਂਸੀ ਨੋ ਡਾਊਟ ਜਦੋਂ ਐਗਰੇਰੀਅਨ ਸੁਸਾਇਟੀ ਦੇ ਉੱਤੇ ਹੈਗੀ ਹੈ ਐਗਰੇਰੀਅਨ ਕਨਸੈਪਟ ਦੇ ਉੱਤੇ ਹੈਗੀ ਹੈ ਤਾਂ ਐਗਰੇਰੀਅਨ ਕਨਸੈਪਟ ਦੇ ਉੱਤੇ ਕਿਤੇ ਨਾ ਕਿਤੇ ਸਾਨੂੰ ਕਦੀ ਗੜੇਮਾਰੀ ਹੋ ਰਹੀ ਹੈ ਕਦੀ ਸੋਕਾ ਪੈ ਰਿਹਾ ਹੈ ਕਦੀ ਹੜ੍ਹ ਆ ਰਹੇ ਹੈ। ਜਿਹੜੇ ਇਹੋ ਜਿਹੇ ਕਨਸੈਪਟ ਹੈ ਜਿਹੜਾ ਲੋਨ ਲਿਆ ਗਵਰਨਮੈਂਟ ਨੇ ਬੇਸ਼ੱਕ ਬਹੁਤ ਥੋੜੇ ਤੇ ਨੋਮੀਨਲ ਪ੍ਰਾਈਸਿਸ ਦੇ ਉੱਤੇ ਦਿੱਤਾ ਹੁੰਦਾ ਹੈ ਪਰੰਤੂ ਕਿਤੇ ਨਾ ਕਿਤੇ ਸਾਡੀਆਂ ਵਿਅਕਤੀਗਤ ਜ਼ਿੰਮੇਵਾਰੀਆਂ ਵੀ ਇਹ ਬਣ ਜਾਂਦੀਆਂ ਵੀ ਉਹਨਾਂ ਦਾ ਅਸੀਂ ਮਿਸਯੂਜ਼ ਕਰ ਜਾਂਦੇ ਹਾਂ। ਫੋਰ ਜਿਹੜਾ ਮੈਂ ਐਗਰੀਕਲਚਰ ਲੋਨ ਲਿੱਤਾ ਉਹ ਐਗਰੀਕਲਚਰ ਵਾਸਤੇ ਨਾ ਲੈ ਕੇ ਜੇ ਮੈਂ ਐਜੂਕੇਸ਼ਨ ਵਾਸਤੇ ਜਾਂ ਅਦਰ ਜਿਹੜੇ ਹੋਰ ਖਰਚੇ ਉਹਨਾਂ ਵਾਸਤੇ ਲੈਣਾ ਤਾਂ ਕਿਤੇ ਨਾ ਕਿਤੇ ਆਪਾਂ ਓਵਰਬਰਡਨਡ ਹੋਵਾਂਗੇ। ਪਰ ਉਹ ਖਰਚੇ ਜੇ ਐਗਰੀਕਲਚਰ ਵਾਸਤੇ ਵੀ ਆਪਾਂ ਲਈਏ ਤੇ ਉਸ ਤੋਂ ਬਾਅਦ ਇਹ ਜਿਹੀਆਂ ਜਿਹੜੀਆਂ ਤਰਾਸਦੀਆਂ ਆ ਜਾਂਦੀਆਂ ਤਾਂ ਉਹਨਾਂ ਕਰਕੇ ਕਿਸਾਨ ਜ਼ਰੂਰ ਦਾਬੂ ਹੋ ਜਾਂਦਾ ਹੈ। ਇੱਥੇ ਇੱਕ ਬੜੀ ਸੋਹਣੀ ਜਿਹੀ ਗੱਲ ਹੈ ਕੁਝ ਲੋਕ ਠੇਕੇ ਲੈ ਕੇ ਵਾਹੀ ਕਰਦੇ ਜੀ ਕੰਟਰੈਕਟ ਫਾਰਮਿੰਗ ਦਾ ਵੀ ਗੱਲ ਕਰੀਏ ਆਪਾਂ ਸਮੋਲ ਸਕੇਲ ਦੇ ਉੱਤੇ ਜਿਹਨੂੰ ਕਿਸਾਨ ਹੀ ਕਿਸਾਨ ਕੋਲ ਠੇਕਾ ਲੈ ਕੇ ਕਰਦਾ। ਜੇ ਇੱਕ ਜਾਂ ਦੋ ਫਸਲਾਂ ਚੰਗੀਆਂ ਹੋ ਗਈਆਂ ਨਰਮਾ ਚੰਗਾ ਹੋ ਗਿਆ ਹਾੜੀ ਚੰਗੀ ਹੋ ਗਈ ਸੌਣੀ ਚੰਗੀ ਹੋ ਗਈ ਤਾਂ ਜ਼ਾਹਿਰ ਜੀ ਗੱਲ 3 ਜਾਂ 4 ਫਸਲਾਂ ਚੋਂ ਇੱਕ ਫਸਲ ਦੀ ਕਿਸੇ ਨਾ ਕਿਸੇ ਜਿਹੜੀ ਨੈਚੁਰਲ ਡਿਜ਼ਾਸਟਰ ਕਰਕੇ ਖਤਮ ਹੋ ਜਾਣੀ ਹੈ ਤਾਂ ਉਹਦਾ ਅਗਲਾ ਪਿਛਲਾ ਹਿਸਾਬ ਬਰਾਬਰ ਹੋ ਜਾਂਦਾ ਉੱਥੇ ਦਾ ਉੱਥੇ ਰਹਿ ਜਾਂਦਾ। ਤੇ ਇੱਕ ਬਹੁਤ ਬੜੀ ਵਿਡੰਬਨਾ ਹੈਗੀ ਆ ਆਇਰਨੀ ਹੈਗੀ ਇੰਡੀਆ ਦੀ ਵੀ ਕਿਸਾਨ 70 ਸਾਲ ਆਜ਼ਾਦੀ ਤੋਂ ਬਾਅਦ ਵੀ ਅੱਜ ਇਸ ਤਸ਼ੱਦਦ ਦੇ ਅੰਦਰ ਐਗਜ਼ਿਸਟ ਕਰੀ ਜਾਂਦਾ ਤੇ ਨੋ ਡਾਊਟ ਸਾਨੂੰ ਪਾਲਿਸੀਜ਼ ਦੇ ਅੰਦਰ ਚੇਂਜ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਵੀ ਗਾਂਹ ਵਧੂ ਸੋਚ ਰੱਖਣੀ ਚਾਹੀਦੀ ਹੈ ਬੱਚਿਆਂ ਨੂੰ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਿਟਰੇਟ ਕਰਨਾ ਚਾਹੀਦਾ ਹੈ ਐਜੂਕੇਟ ਕਰਕੇ ਨਵੇਂ ਕਿੱਤਿਆਂ ਵੱਲ ਤੋਰਨਾ ਚਾਹੀਦਾ ਤਾਂ ਜੋ ਉਹਨਾਂ ਦੀ ਡਿਪੈਂਡੈਂਸੀ ਇੱਕ ਸਪੈਸੀਫਿਕ ਸੈਕਟਰ ਤੋਂ ਘੱਟ ਕੇ ਅਦਰ ਸੈਕਟਰਾਂ ਦੇ ਉੱਤੇ ਆਵੇ ਤੇ ਉਹ ਲਾਭ ਉਠਾ ਸਕਣ ਇਸ ਚੀਜ਼ ਦਾ।
ਇੱਕ ਮੇਰੇ ਇੱਥੇ ਜਲੰਧਰ ਦੋਸਤ ਆ, ਉਹ ਬੜਾ ਲੈਂਡਲੋਰਡ ਆ, ਉਹਦੀ ਮੇਰੇ ਖਿਆਲ 70 ਕੁ ਏਕੜ ਜ਼ਮੀਨ ਹੈਗੀ ਆ। ਉਹਨੇ ਆਪਣੇ ਪਿੰਡ ਦੇ ਨੂੰ ਕਿਸੇ ਨੂੰ ਦਿੱਤੀ, ਉਹ ਮਤਲਬ ਜਿਹਨੂੰ ਆਮ ਭਾਸ਼ਾ ਵਿੱਚ ਠੇਕੇ ਦੇ, ਉਹ 70 ਏਕੜ ਉਹ ਆਲੂ ਹੀ ਬੀਜਦਾ ਹਾਂਜੀ। ਹੈਗਾ। ਪਿਛਲੇ 3-4 ਸਾਲ ਤਾਂ ਉਹਨੂੰ ਹਾਂਜੀ। ਘਾਟਾ ਪੈਂਦਾ ਰਿਹਾ। ਕਹਿੰਦਾ ਜੀ ਮੈਨੂੰ ਇਹੋ ਬੰਦਾ ਆ ਕੇ ਰੋਂਦਾ ਸੀ ਵੀ ਮੇਰਾ ਜੀ ਉਹ ਜਿਹੜਾ ਠੇਕਾ ਘੱਟ ਕਰ ਲਓ, ਮੈਨੂੰ ਤਾਂ ਬਚਿਆ ਹੀ ਕੁਛ ਨਹੀਂ। ਕਹਿੰਦਾ ਮੈਂ ਘੱਟ ਕੇ, ਕਹਿੰਦਾ ਇਸ ਵਾਰੀ ਤੁਹਾਨੂੰ ਪਤਾ ਆਲੂ ਬੜੇ ਮਹਿੰਗੇ ਵਿਕੇ, ਕਹਿੰਦਾ 3-4 ਸਾਲ ਦਾ ਘਾਪਾ ਪੂਰਾ ਹੋ ਗਿਆ ਹੈਗਾ। ਇਹ ਜਿਹੜਾ ਦੇਖੋ ਕਿਸਾਨ, ਚਾਹੇ ਕਿਤੇ ਦਾ ਵੀ ਹੋਵੇ, ਪੰਜਾਬ ਦਾ ਹੋਵੇ, ਹਰਿਆਣਾ ਦਾ ਹੋਵੇ, ਰਾਜਸਥਾਨ ਦਾ ਹੋਵੇ, ਜਾਂ ਈਵਨ ਪੂਰੇ ਇੰਡੀਆ ਦਾ ਹੋਵੇ, ਉਹ ਮਿਹਨਤੀ ਦਾ ਹੈ, ਇੰਨੀ ਗੱਲ ਤਾਂ ਮੰਨੀ ਜਾਂਦੀ ਬਿਲਕੁਲ ਹੈਗੀ ਆ। ਮੰਨ ਲਓ ਕਿਤੇ ਉਹਦੇ ਇਹ ਜਿਹੜੇ ਨੈਚੁਰਲ ਕਲੈਮਿਟੀ ਆ ਜਾਂਦੀ, ਬਾਰਿਸ਼ ਪੈ ਗਈ, ਨਹੀਂ ਪੈ ਗਈ, ਇਹਦੇ ਲਈ ਜਿਹੜੀਆਂ ਕੰਸਰਨਡ ਗਵਰਨਮੈਂਟ ਜਾਂ ਗਵਰਨਮੈਂਟ ਆਫ ਇੰਡੀਆ ਨੂੰ ਇੰਸ਼ੋਰੈਂਸ ਐਕਟ ਲਿਆਉਣਾ ਚਾਹੀਦਾ ਵੀ ਜੇ ਸਾਡੀ ਫਸਲ ਕਿਸੇ ਵੀ ਕਾਰਨ ਕਰਕੇ ਅਸੀਂ ਇੰਨਾ ਤੁਹਾਡਾ ਜਿਹੜਾ ਹੈਗਾ ਮਿਨੀਮਮ ਜਿਹੜੇ ਏਕੜ ਦਾ ਅਸੀਂ ਤੁਹਾਡੇ ਅਕਾਊਂਟ ਵਿੱਚ ਜਮ੍ਹਾਂ ਕਰਾਵਾਂਗੇ, ਜਿਹੜਾ ਮੇਰੇ ਖਿਆਲ ਪੰਜਾਬ ਵਿੱਚ ਵੀ ਨਹੀਂ, ਮੇਰੇ ਖਿਆਲ ਸ਼ਾਇਦ ਤੁਹਾਡੇ ਉੱਧਰ ਵੀ ਨਹੀਂ ਹੋਏਗਾ। ਇਹਦੇ ਤੇ ਸਿਕਿਉਰਿਟੀ ਨਹੀਂ ਫਾਰਮਰ ਨੂੰ ਦੇਣੀ ਚਾਹੀਦੀ ਕੋਈ? ਨੋ ਡਾਊਟ ਹੋਣੀ ਚਾਹੀਦੀ ਹੈ, ਸਿਕਿਉਰਿਟੀ ਹੋਣੀ ਚਾਹੀਦੀ। ਈਵਨ ਤੋਂ ਮੈਂ ਤਾਂ ਕਹਿੰਦਾ ਵੀ ਸੀਡ ਤੋਂ ਲੈ ਕੇ ਉਹਨਾਂ ਦੀ ਯੀਲਡ ਦੀ ਹਰ ਚੀਜ਼ ਦੀ ਸਿਕਿਉਰਿਟੀ ਹੋਣੀ ਚਾਹੀਦੀ ਹੈ, ਕਿਉਂਕਿ ਉਹ ਅੰਨਦਾਤਾ ਹੈ। ਜਿਸ ਅੰਨਦਾਤਾ ਨੇ ਹਰਿਤ ਕ੍ਰਾਂਤੀ ਵੇਲੇ ਜਦੋਂ ਸਾਨੂੰ ਅੰਨ ਦੀ ਲੋੜ ਸੀ ਪੈਦਾ ਕਰਕੇ ਦਿੱਤਾ, ਭੁੱਖਾ ਪਾਸਾ ਧਿਆਇਆ ਲੈ ਕੇ ਹਾੜੀ ਸੋਣੀ ਕੱਟ ਕੇ ਦਿੱਤਾ ਹੈ, ਉਹਦੀ ਹਰ ਚੀਜ਼ ਸਿਕਿਉਰ ਹੋਣੀ ਚਾਹੀਦੀ ਹੈ। ਇਹਦੇ 'ਚ ਕੋਈ ਦੁਰਾਏ ਵਾਲੀ ਗੱਲ ਨਹੀਂ। ਦੇਖੋ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਇਹ ਲੋਟ ਆਫ ਯੋਜਨਾਵਾਂ ਹੈਗੀਆਂ ਜਿਹੜੀਆਂ ਇਨਸ਼ੋਰ ਕਰਦੀਆਂ, ਪਰ ਰੀਅਲ ਸੈਂਸ ਜਦੋਂ ਦੇਖਿਆ ਜਾਂਦਾ ਵੀ ਉਹੀ ਗੱਲ ਵੀ ਐਕਟ ਐਗਜ਼ਿਸਟ ਕਰਦੇ ਆ, ਪਰ ਐਕਟ ਕੀ ਰੀਅਲ ਮਾਇਨੇ ਦੇ ਅੰਦਰ ਇੰਪਲੀਮੈਂਟ ਹੋ ਪਾਉਂਦੇ? ਇੱਕ ਸਿੰਪਲ ਜੀ ਗੱਲ, ਇੱਕ ਇਲਾਕੇ 'ਚ ਗੜੇਮਾਰੀ ਹੋਗੀ, ਜਦੋਂ ਉਸ ਚੀਜ਼ ਦੀ ਗਰਦੌਰੀ ਹੋਣੀ ਹੈ ਤਾਂ ਮੈਂ ਸਪੈਸੀਫਿਕ ਇੱਕ ਜਿਹੜਾ ਸਰਕਾਰੀ ਮੁਕੱਦਮ ਹੈਗਾ ਜਾਂ ਨੁਮਾਇੰਦਾ ਹੈ ਉਹਦੇ ਨਾਲ ਮਿਲਣਾ ਤੇ ਆਪਦੀ ਯੀਲਡ ਜ਼ਿਆਦਾ ਦਿਖਾਉਣਾ, ਉਹਦੀ ਗਰਦੌਰੀ ਦਿਖਾਉਣਾ, ਤੇ ਜਦੋਂ ਮੈਂ ਇਸ ਚੀਜ਼ ਨੂੰ ਮੈਨੇਜ ਕਰ ਜਾਂਦਾ ਤਾਂ ਮੈਨੂੰ ਤਾਂ ਉਹਦਾ ਲਾਭ ਮਿਲ ਜੂਗਾ। ਪਰ ਅਫਸੋਸ ਦੀ ਗੱਲ ਹੈ ਇੱਕ ਆਮ ਕਿਸਾਨ ਨੂੰ, ਜਿਹੜਾ ਛੋਟੀ ਜੋਤ ਦਾ ਵਾਹਕ ਹੈਗਾ, ਉਹਨੂੰ ਨਹੀਂ ਮਿਲਦਾ, ਵਾਹੀਕਾਰ ਨੂੰ ਨਹੀਂ ਮਿਲਦਾ, ਤੇ ਉੱਥੇ ਉਹ ਲੋਸ ਆ ਜਾਂਦਾ ਹੈ। ਤਾਂ ਉੱਥੇ ਕਿਸੇ ਵੀ ਤਰ੍ਹਾਂ ਦਾ ਇੰਸ਼ੋਰੈਂਸ ਵੀ ਥੋੜਾ ਫੇਲ ਹੈ, ਕਿਸੇ ਵੀ ਤਰ੍ਹਾਂ ਦਾ ਐਕਟ ਵੀ ਫੇਲ ਹੈ। ਵੀ ਰੀਅਲ ਸੈਂਸ ਦੇ ਅੰਦਰ ਸਾਨੂੰ ਹੱਕ ਤੇ ਸੱਚ ਦੇ ਉੱਤੇ ਚੱਲਣਾ ਚਾਹੀਦਾ, ਭਾਵੇਂ ਅਸੀਂ ਆਮ ਦੇਸ਼ ਦੀ ਜਨਤਾ ਹੋਈਏ ਤੇ ਭਾਵੇਂ ਸਾਡੇ ਲੀਡਰ ਸਾਹਿਬਾਨ ਹੋਣ, ਤੇ ਦੋਨਾਂ ਜਦੋਂ ਤੇ ਹੱਕ ਤੇ ਨਹੀਂ ਤੁਰਨਗੇ, ਤੇ ਭਾਵੇਂ ਸਾਡੇ ਵਪਾਰੀ ਹੋਣ ਤੇ ਭਾਵੇਂ ਸਾਡੇ ਕਰਮਚਾਰੀ ਹੋਣ, ਤਾਂ ਇਹ ਪ੍ਰੋਬਲਮਸ ਐਜ ਇਟ ਇਜ਼ ਰਿਟੇਨ ਕਰਨਗੀਆਂ ਸਮਾਜ ਦੇ ਅੰਦਰ। ਇਹ ਸਮਾਜਿਕ ਪ੍ਰੋਬਲਮਸ ਹੈਗੀਆਂ। ਸਾਡੀ ਸੋਸਾਇਟੀ ਦੀ ਇੰਨੀ ਮੈਚਿਓਰਿਟੀ ਨਹੀਂ ਆਈ ਹੈਗੀ, ਜਿੱਥੇ ਜਿੱਥੇ ਪੰਜਾਬੀ ਜੀ ਕਹਿੰਦੇ ਦਾ ਲੱਗਦਾ ਲਾਉਣੇ ਦੀ ਕੋਸ਼ਿਸ਼ ਕਰਦੇ, ਚਾਹੇ ਲੀਗਲੀ ਚਾਹੇ ਇਲੀਗਲੀ। ਇਹਦੇ ਤੇ ਜ਼ਰੂਰ ਸਰਕਾਰਾਂ ਨੂੰ ਵੀ ਪੂਰੀ ਹੋਣੀ ਚਾਹੀਦੀ, ਸੋਸਾਇਟੀ ਨੂੰ ਵੀ, ਕਿਸਾਨਾਂ ਨੂੰ ਵੀ ਪੂਰਾ, ਮਤਲਬ ਜਿੰਨਾ ਕੁ ਓਨੈਸਟ ਲਿਵਿੰਗ ਹੋ ਸਕੇ ਓਨੈਸਟ ਮੀਨਸ ਰਾਹੀਂ। ਅੱਛਾ, ਇੱਕ ਦੋ ਗੱਲਾਂ ਮੈਨੂੰ ਹੋਰ ਦੱਸੋ। ਜਿਵੇਂ ਪੰਜਾਬ ਵਿੱਚ ਅੱਜ ਕੱਲ ਬੱਚੇ ਤਾਂ ਬਾਹਰ ਜਾਈ ਜਾਂਦੇ ਹੈਗੇ ਆ, 70-80% 2 ਤੋਂ 5 ਏਕੜ ਜਗ੍ਹਾ ਹੈਗੀ ਆ। ਇੰਗਲੈਂਡ ਵਿੱਚ ਮੈਂ ਬੜੀ ਵਾਰੀ ਬਾਹਰ ਜਾਣਾ ਹੈਗਾ, ਇੰਗਲੈਂਡ ਦਾ ਪੈਟਰਨ ਮੈਂ ਸਟੱਡੀ ਕੀਤਾ। ਉਹਨਾਂ ਦੀ ਮੰਨ ਲਓ ਕੋਈ ਜੇ 70 ਏਕੜ ਦਾ ਫਾਰਮ ਹੈਗਾ, 2 ਭਰਾ ਹੈਗੇ ਆ, ਤੇ ਉਹ ਡਿਵੀਜ਼ਨ ਨਹੀਂ ਹੋਣ ਦਿੰਦੇ 35-35 ਏਕੜ 'ਚ। ਉਹ ਇੱਕ ਭਰਾ ਨੂੰ ਉਹ ਮਿਲ ਜਾਏਗਾ, ਦੂਜਾ ਉਹਨੂੰ ਉਹ ਦੂਜੇ ਤਰੀਕੇ ਨਾਲ ਕੰਪਨਸੇਟ ਕਰੇਗਾ, ਇੱਕ ਰਹੇਗਾ। ਇਹ ਹੁਣ ਮੰਨ ਲਓ ਕਿਸੇ ਕੋਲ ਬੰਦੇ ਕੋਲ 5 ਏਕੜ ਹੈਗੀ ਆ, ਉਹ ਭਲ ਕੇ ਉਹਦੇ 2 ਬੱਚੇ ਆ, 2.5 ਏਕੜ ਹੋ ਗਏ, ਉਹ ਉਹਨਾਂ ਦੇ 2 ਬੱਚੇ ਹੋਏ 1 ਏਕੜ, ਉਹ ਮਤਲਬ ਜ਼ਮੀਨ ਇਹ ਖਤਮ ਹੀ ਹੋ ਜਾਣੀ, ਰਿਓਡ ਹੋ ਜਾਣੀ। ਇਹਦਾ ਸੋਲੂਸ਼ਨ ਕੀ ਹੋਵੇ? ਕੋਈ ਘੱਟੋ ਘੱਟ 2 ਏਕੜ ਤੋਂ ਥੱਲੇ ਜਿਹੜੀ ਜ਼ਮੀਨ ਖੇਤ ਨਹੀਂ ਹੋਣਾ ਚਾਹੀਦਾ। ਦੇਖੋ ਜੀ, ਇਹਦੇ 'ਚ ਬੜੇ ਫੈਕਟਰ ਹੈ, ਨੋ ਡਾਊਟ ਇਮੋਸ਼ਨਲ ਫੈਕਟਰ ਵੀ ਹੈ। ਜ਼ਮੀਨ ਨੂੰ ਅਸੀਂ ਮਾਂ ਆਖਦੇ ਹਾਂ, ਜ਼ਮੀਨ ਨਾਲ ਅਸੀਂ ਜੁੜੇ ਹੁੰਦੇ ਹਾਂ, ਤੇ ਜਿਹੜੇ ਸਾਡੇ ਪੈਰੈਂਟਲ ਰਾਈਟਸ ਹੁੰਦੇ ਆ ਜਾਂ ਮੈਟਰਨਲ ਰਾਈਟਸ ਹੁੰਦੇ ਆ, ਉਸ ਨੂੰ ਛੱਡਦੇ ਨਹੀਂ ਗੇ। ਜਦੋਂ ਤੁਸੀਂ ਬ੍ਰਿਟੇਨ ਦੀ ਗੱਲ ਕਰਦੇ ਹੋ, ਯੂਨਾਈਟਿਡ ਕਿੰਗਡਮ ਦੀ ਗੱਲ ਕਰਦੇ ਹੋ, ਨੋ ਡਾਊਟ, ਤਾਂ ਧਿਆਨ ਨਾਲ ਦੇਖੋ ਵੀ ਉਹਨਾਂ ਨੇ ਬੜਾ ਸਿਸਟਮੈਟਿਕ ਪਲਾਨ ਬਣਾ ਲਿਆ ਵੀ ਇੱਕ ਬੰਦਾ ਐਗਰੀਕਲਚਰ ਵੱਲ ਜਾ ਰਿਹਾ ਤੇ ਦੂਜਾ ਇੰਡਸਟਰੀ ਵੱਲ ਜਾ ਰਿਹਾ। ਜੇ ਬ੍ਰਿਟੇਨ ਨੇ ਵਰਲਡ ਦੇ ਉੱਤੇ ਇੱਕ ਸਪੈਸੀਫਿਕ ਅੰਪਾਇਰ ਦੇ ਉੱਤੇ ਰਾਜ ਕੀਤਾ ਤਾਂ ਉਹਦਾ ਕਾਰਨ ਕੀ ਸੀ? ਕਿ ਉਹ ਸਿਰਫ ਐਗਰੈਰੀਅਨ ਬੰਦਾ ਸੀਗਾ? ਨਹੀਂ, ਉਹ ਵਪਾਰੀ ਬੰਦਾ ਸੀ। ਉਹਨੇ ਇੰਡਸਟਰੀ ਲਾਈ ਤੇ ਇੰਡਸਟਰੀ ਨਾਲੋਂ ਕਾਮਯਾਬ ਹੋਇਆ। ਤੇ ਅੱਜ ਪੰਜਾਬ 'ਚ ਇੰਡਸਟਰੀ ਲੱਗਣੀ ਚਾਹੀਦੀ ਹੈ, ਇਹੋ ਜਿਹੇ ਨਿਯਮ ਬਣਨੇ ਚਾਹੀਦੇ ਤਾਂ ਕਿ ਲੋਕਾਂ ਨੂੰ ਕਿੱਤਾ ਮੁਖੀ ਜਿਹੜਾ ਕਨਸੈਪਟ ਹੈ ਉਹ ਉਹਨਾਂ ਦੇ ਅੰਦਰ ਆਵੇ, ਉਹਨਾਂ ਨੂੰ ਕਿੱਤਾ ਡਿਵੈਲਪ ਹੋਵੇ ਉਹਨਾਂ ਦਾ, ਤਾਂ ਕਿ ਉਹਨਾਂ ਨੂੰ ਉੱਥੋਂ ਅਰਨਿੰਗ ਸਟਾਰਟ ਹੋਵੇ। ਹੁਣ ਰੀਅਲ ਗੱਲ ਹੈ ਵੀ ਇੱਕ ਦਿਨ ਤਾਂ ਪੱਖ ਦੇਖ ਲਿਆ ਵੀ ਆਪਾਂ ਇੰਡਸਟਰੀ ਆਉਣੀ ਚਾਹੀਦੀ ਹੈ ਜਾਂ ਨਵੇਂ ਰੋਜ਼ਗਾਰ ਦੇ ਸਾਧਨ ਬਣਨੇ ਚਾਹੀਦੇ ਆ, ਠੀਕ ਹੈ। ਬੱਚਾ ਸਾਡਾ ਬਾਹਰ ਜਾ ਰਿਹਾ, ਅੱਜ 12ਵੀਂ ਕਲਾਸ ਤੋਂ ਬਾਅਦ ਸਾਡਾ ਹਰ ਬੱਚਾ ਬਾਹਰ ਗਿਆ ਚਲਾ, ਨਾ ਤਾਂ ਉਹ ਆਰਮੀ ਦੇ ਅੰਦਰ ਜਾ ਰਿਹਾ ਜਿਹਦੇ ਅੰਦਰ ਸਾਡਾ ਸੀਗਾ ਪਰਸੈਂਟੇਜ ਸੀਗਾ, ਨਾ ਉਹ ਇੱਥੇ ਸਿਵਲ ਸਰਵਿਸਿਜ਼ ਦੇ ਅੰਦਰ ਜਾ ਰਿਹਾ, ਨਾ ਉਹ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਅੰਦਰ ਜਾ ਰਿਹਾ। ਤਾਂ ਬੰਦਾ ਮੈਨੇਜ ਕਿਵੇਂ ਕਰੂਗਾ? ਵੀ ਇੱਕ ਸਿਰਫ ਬਾਹਰ ਦੇ ਕਨਸੈਪਟ ਨੂੰ ਆਪਾਂ ਮੂਹਰੇ ਰੱਖ ਲਈ ਤਾਂ ਪੰਜਾਬ ਤਾਂ ਖਾਲੀ ਹੁੰਦਾ ਜਾ ਰਿਹਾ। ਤੇ ਰੀਅਲ ਗੱਲ ਹੁਣ ਇਮੋਸ਼ਨਲ ਕਨਸੈਪਟ ਦਿੱਤੇ ਆਵਾਂ, ਅੱਜ ਗੰਗਾ ਨਗਰ ਦੇ ਅੰਦਰ ਵਕੀਲਾਂ ਦੀ ਸੰਖਿਆ ਕਿੰਨੀ ਹੈ ਤੇ ਅੱਜ ਝੁੰਝਨੂ ਦੇ ਅੰਦਰ ਕਿੰਨੀ ਹੈ? ਝੁੰਝਨੂ ਦੇ ਅੰਦਰ ਜੇ 100 ਵਕੀਲ ਹੈ ਤਾਂ ਗੰਗਾ ਨਗਰ 'ਚ 1000 ਹੋਊਗਾ, ਤੇ ਲੁਧਿਆਣੇ 'ਚ 5000 ਹੋਊਗਾ। ਤਾਂ ਕਾਰਨ ਕੀ ਹੈ?
ਕਿਉਂਕਿ ਸਾਡੇ 'ਚ ਕਿਤੇ ਨਾ ਕਿਤੇ ਇਹ ਇਮੋਸ਼ਨਲ ਫੈਕਟਰ ਹੈ ਵੀ ਅਸੀਂ ਬੜਾ ਇੱਕ ਆਮ ਪੰਜਾਬੀ ਲੋਕ ਅਖਾਣਾਂ 'ਚ ਕਹਿ ਦਿੰਦੇ ਆ ਵੀ ਜੱਟ ਗੰਨਾ ਦੇ ਦਿੰਦਾ ਭੇਲੀ ਦੇ ਦਿੰਦਾ ਗੰਨਾ ਨਹੀਂ ਦਿੰਦਾ, ਤੇ ਅਸੀਂ ਵੱਟ ਦੀ ਲੜਾਈ ਤਾਂ ਜ਼ਰੂਰ ਰੱਖ ਲੈਂਦੇ ਆ ਤੇ ਭੇਲੀ ਦੇਣੀ ਸਾਨੂੰ ਮਨਜ਼ੂਰ ਹੈ, ਤੇ ਅਫਸੋਸ ਨੁਕਸਾਨ ਅਸੀਂ ਖਾਈ ਜਾਂਦੇ ਹਾਂ। ਸਾਨੂੰ ਅੱਜ ਇੱਕ ਨਵੇਂ ਤਰੀਕੇ ਨਾਲ ਅੱਗੇ ਵਧਣਾ ਪਊਗਾ, ਨਵੇਂ ਕਨਸੈਪਟ ਨਾਲ ਵਧਣਾ ਪਊਗਾ। ਜਿਹੜੀਆਂ ਵਿੱਚ ਛੋਟੇ ਕਨਸੈਪਟ ਹੈ, ਲੜਾਈਆਂ ਭਰਾ ਮਾਰੂ ਜੰਗਾਂ ਤੋਂ ਬਾਹਰ ਨਿਕਲਣਾ ਚਾਹੀਦਾ ਤੇ ਅਗਾਂਹ ਵਧੂ ਸੋਚ ਸਾਨੂੰ ਅਪਣਾਉਣੀ ਚਾਹੀਦੀ ਹੈ, ਜਿਹਦੇ ਨਾਲ ਕਿਸਾਨੀ ਦਾ ਵੀ ਵਿਕਾਸ ਹੈ, ਪੰਜਾਬ ਦਾ ਵੀ ਵਿਕਾਸ ਹੈ। ਤੇ ਪੰਜਾਬ ਨੋ ਡਾਊਟ ਦੇਖੋ ਲਹਿਰਾਂ ਆਈਆਂ ਹੁੰਦੀਆਂ ਵੀ ਹੈ ਤੇ ਜਾਂਦੀਆਂ ਵੀ ਹੈ, ਤੇ ਇਹਦੇ ਪੋਜ਼ਿਟਿਵ ਤੇ ਨੈਗੇਟਿਵ ਨਤੀਜੇ ਆਉਂਦੇ ਰਹੇ ਹੈ। ਤਾਂ ਮੈਨੂੰ ਇੱਕ ਗੱਲ ਬੜੀ ਸੋਹਣੀ ਯਾਦ ਆਉਂਦੀ ਹੈ ਪੰਜਾਬ ਬਾਰੇ, ਪੰਜਾਬ ਨਾ ਹਿੰਦੂ ਨਾ ਮੁਸਲਮਾਨ ਤੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਗੁਰਾਂ ਦਾ ਜਿਹੜਾ ਕਨਸੈਪਟ ਹੈ ਉਹ ਬੜਾ ਸਿੰਪਲ ਤੇ ਸੋਬਰ ਕਨਸੈਪਟ ਹੈ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਤੇ ਅੱਜ ਕਿਰਤ ਤੇ ਉਹਨਾਂ ਦੀ ਇਫੈਂਟ ਬਟ ਹੈ ਤੇ ਜਾਇਜ਼ ਦੀ ਗੱਲ ਹੈ, ਅਪੋਜ਼ ਕਰਨਾ ਉਹਨਾਂ ਦਾ ਬਣਦਾ ਹੈ ਤੇ ਸਰਕਾਰ ਦਾ ਹੱਕ ਬਣਦਾ ਹੈ ਵੀ ਉਹਨਾਂ ਨੂੰ ਸੈਟੀਸਫਾਈਡ ਕਰੇ, ਤੇ ਸੈਟੀਸਫਾਈਡ ਹੋਊਗਾ ਤੇ ਮਸਲਾ ਐਸ ਸੂਨ ਐਜ਼ ਪੋਸੀਬਲ ਸੁਧਰ ਜਾਊਗਾ। ਚਲੋ ਅਖੀਰ ਵਿੱਚ ਤੁਸੀਂ ਇੱਕ ਮੈਂ ਸਵਾਲ ਲਾਸਟ ਮੈਸੇਜ ਤੋਂ ਪਹਿਲਾਂ ਹੋਰ ਮੇਰੇ ਮਾਈਂਡ ਵਿੱਚ ਆਇਆ, ਜਿਵੇਂ ਤੁਸੀਂ ਇੱਕ ਵਿੱਚ ਬਹੁਤ ਵਧੀਆ ਗੱਲ ਕਹੀ ਵੀ ਦੇਖੋ ਅੱਜ ਕੱਲ ਜਿਹੜਾ ਹੈਗਾ ਕੰਪੀਟੀਟਿਵ ਐਟਮੋਸਫੀਅਰ ਹਰ ਮਤਲਬ ਪੂਰਾ ਵਰਲਡ ਦਾ ਸਿਸਟਮ ਆ ਗਿਆ, ਹਰ ਜਗ੍ਹਾ ਤੁਹਾਨੂੰ ਕੰਪੀਟੀਸ਼ਨ ਵਿੱਚੋਂ ਗੁਜ਼ਰਨਾ ਪਏਗਾ। ਮਤਲਬ ਕਿਸਾਨਾਂ ਨੂੰ ਇਹਨਾਂ ਦਾ ਮੈਂਟਲੀ ਪ੍ਰਿਪੇਅਰ ਹੋਣਾ ਪੈਣਾ, ਚਾਹੇ ਮੰਡੀ ਚਾਹੇ ਇਹਨਾਂ ਦੀ ਪ੍ਰੋਡਕਸ਼ਨ ਹੈਗੀ ਆ ਫਸਲਾਂ ਦੀ, ਚਾਹੇ ਉਹਨਾਂ ਦੀ ਅੱਗੇ ਮਾਰਕੀਟਿੰਗ ਹੈਗੀ ਆ, ਉਹ ਇੱਕ ਜਿਹੜਾ ਇੱਕ ਪੋਜ਼ਿਟਿਵ ਕੰਪੀਟੀਸ਼ਨ ਦੀ ਸਪਿਰਿਟ ਲਈ ਉਹਨਾਂ ਨੂੰ ਪੂਰਾ ਆਪਣੇ ਆਪ ਨੂੰ ਮੈਂਟਲੀ ਕਰਨਾ ਚਾਹੀਦਾ। ਇਹ ਨਹੀਂ ਵੀ ਜਾਂ ਸਰਕਾਰੀ ਖਰੀਦ ਤੇ ਰਹਿ ਗਏ ਜਾਂ ਹੋਰ ਸਿਸਟਮ ਤੇ ਰਹਿ ਗਏ ਹੈਗੇ। ਇਹਦੇ ਬਾਰੇ ਜ਼ਰੂਰ ਕਲੈਰੀਫਾਈ ਕਰ ਦਿਓ। ਬਿਲਕੁਲ ਸਰ, ਦੇਖੋ ਇੱਕ ਸਿੰਪਲ ਜੀ ਗੱਲ ਦੱਸਾਂ, ਜਦੋਂ ਤਾਈਂ ਤੁਸੀਂ ਕੁਆਲੀਟੇਟਿਵ ਵਰਕ ਨਹੀਂ ਕਰੋਗੇ ਉਦੋਂ ਤਾਈਂ ਆਊਟਪੁੱਟਸ ਨਹੀਂ ਆਉਣਗੇ। ਕਿਸਾਨੀ ਕਰੇ ਜਿਹੜਾ ਕਨਸੈਪਟ ਹੈਗਾ ਉਹ ਰੀਅਲ ਸੈਂਸ ਕੁਆਲਿਟੀ ਦੇ ਉੱਤੇ ਹੈ। ਮੇਰੇ ਇੱਕ ਮਿੱਤਰ ਹੈ ਆਪ ਜੀ ਦੇ ਜਲੰਧਰ ਦੇ ਨੇੜੇ ਲੁਧਿਆਣੇ ਦੇ ਅੰਦਰ ਪਾਬਲਾ ਜੀ ਹੈਗੇ ਆ, ਆਰਗੈਨਿਕ ਖੇਤੀ ਕਰਦੇ ਆ ਤੇ ਰੀਅਲ ਸੈਂਸ ਗੰਗਾਨਗਰ ਦੇ ਅੰਦਰ ਵੀ ਕਣਕ 1482 ਬੀਜੀ ਜਾਂਦੀ, ਤਕਰੀਬਨ 1482 ਸਾਰੇ ਲੋਕ ਖਾਂਦੇ ਆ। 1482 ਗੰਗਾਨਗਰ ਦੇ ਅੰਦਰ ਇੱਕ ਆਮ ਜੱਟ ਦੀ ਵਾਹੀ ਦਾ ਜਿਹੜਾ ਸੇਲ ਦਾ ਰੇਟ ਹੁੰਦਾ ਤਕਰੀਬਨ 1800 ਤੋਂ 2000 ਤੇ ਬਾਅਦ ਚੋਂ ਨੋ ਡਾਊਟ ਆਟੇ ਦਾ ਰੇਟ ਵੱਧ ਜਾਂਦਾ, ਆਪਾਂ ਨੂੰ ਪਤਾ ਹੈ, ਸਟਾਕ ਵੀ ਹੈ, ਲਾਗਤ ਵੀ ਹੈ, ਸਾਰਾ ਕੁਝ ਹੈ। ਪਰ ਜਦੋਂ ਉਹ 1800 ਵਾਲੀ ਮੈਂ ਯੀਲਡ ਪਰਚੇਜ਼ ਨਾ ਕਰਕੇ ਮੈਂ ਮੱਧ ਪ੍ਰਦੇਸ਼ ਦੀ ਮੰਗਵਾਉਣਾ ਕਣਕ, ਉਹਦਾ ਕਾਰਨ ਕੀ ਹੈ ਵੀ ਨਹੀਂ ਜੀ ਉਹਦੇ ਚ ਰੇਹਾਂ ਸਪਰੇਹਾਂ ਬਹੁਤ ਘੱਟ ਹੈ, ਇਸ ਕਰਕੇ ਮੈਂ 2400 ਤੇ ਲੈਣ ਤੇ ਵੀ ਤਿਆਰ ਹਾਂ, 2500 ਤੇ ਵੀ ਤਿਆਰ ਹਾਂ। ਰੀਅਲ ਸੈਂਸ ਦੇ ਅੰਦਰ ਸਾਨੂੰ ਸਾਡੇ ਪ੍ਰੋਡਕਟ ਨੂੰ ਕੁਆਲੀਟੇਟਿਵ ਬਣਾਉਣਾ ਪਊਗਾ, ਭਾਵੇਂ ਥੋੜਾ ਹੋਵੇ, ਕੁਆਲੀਟੇਟਿਵ ਹੋਵੇ, ਐਕਸਪੋਰਟ ਕੁਆਲਿਟੀ ਦਾ ਹੋਵੇ। ਅੱਜ ਤੁਸੀਂ ਨਿਊਜ਼ੀਲੈਂਡ ਦੇ ਅੰਦਰ ਜਾਓ, ਤੁਸੀਂ ਦੁੱਧ ਦੀ ਬੋਤਲ ਲੈਂਦੇ ਹੋ ਤਾਂ ਹਰ ਫੈਟ ਲੈਵਲ ਦੇ ਅਕੋਰਡਿੰਗ ਡਿਫਰੈਂਟ ਕਾਈਂਡ ਦੀ ਤੁਹਾਡੇ ਕੋਲ ਅਵੇਲੇਬਲ ਹੈ। ਨੋ ਡਾਊਟ ਪੰਜਾਬ 'ਚ ਵੀ ਹੈਗੀ ਹੈ, ਪਰ ਜਦੋਂ ਮੈਂ ਪੰਜਾਬ 'ਚ ਦੁੱਧ ਲੈਣ ਜਾਂਦਾ ਕਿਸੇ ਘਰ ਤੋਂ ਜਾਂ ਕਿਸੇ ਦੋਜੀ ਤੋਂ ਦੁੱਧ ਬਣਾ ਲੈਣਾ ਤਾਂ ਕੀ ਮੈਂ ਇਨਸ਼ੋਰਡ ਰਹਿਣਾ ਵੀ ਦੁੱਧ ਜਿੰਨਾ ਮੈਂ ਪੇ ਕਰ ਰਿਹਾ ਉਸ ਕੁਆਲਿਟੀ ਦਾ ਆ ਰਿਹਾ? ਕੀ ਇਹਦੇ 'ਚ ਪਾਣੀ ਦੀ ਜਾਂ ਕਿਸੇ ਹੋਰ ਕੈਮੀਕਲ ਦੀ ਮਿਕਸਅਪ ਨਹੀਂ ਕੀ? ਤਾਂ ਰੀਅਲ ਸੈਂਸ ਸਾਨੂੰ ਇਮਾਨਦਾਰ ਹੋਣ ਦੀ ਜ਼ਰੂਰਤ ਹੈ। ਸਾਡੀ ਜਿਹੜੀ ਮੇਨ ਪ੍ਰੋਬਲਮ ਹੈ ਉਹ ਇਮਾਨਦਾਰੀ ਹੈ, ਭਾਵੇਂ ਸਰਕਾਰਾਂ ਹੋਣ ਤੇ ਭਾਵੇਂ ਉਹ ਅਸੀਂ ਆਮ ਬੰਦੇ ਹੋਈਏ, ਭਾਵੇਂ ਕਿਸਾਨ ਹੋਈਏ, ਭਾਵੇਂ ਵਪਾਰੀ ਹੋਈਏ। ਜਦੋਂ ਦੀ ਇਮਾਨਦਾਰੀ ਸਾਡੇ ਅਖਤਿਆਰ 'ਚ ਨਹੀਂ ਆਊਗੀ, ਸਾਡੇ ਅਖਲਾਕ 'ਚ ਨਹੀਂ ਆਊਗੀ, ਕੋਈ ਵੀ ਕਾਮਯਾਬ ਨਹੀਂ। ਨਾ ਉਹ ਸਰਕਾਰ ਕਾਮਯਾਬ ਹੈ ਜਿਹੜਾ ਇਮਾਨਦਾਰੀ ਤੋਂ ਬਾਹਰ ਹੈ, ਤੇ ਨਾ ਉਹ ਕਿਸਾਨ ਕਾਮਯਾਬ ਹੈ ਜਿਹੜਾ ਇਮਾਨਦਾਰੀ ਤੋਂ ਬਾਹਰ ਹੈ। ਤੋ ਬਹੁਤ ਵਧੀਆ ਤੁਸੀਂ ਮੈਸੇਜ ਦੇ ਦਿੱਤਾ ਹੈਗਾ। ਚਾਹੇ ਸਰਕਾਰੀ ਪੋਲੀਟੀਸ਼ੀਅਨ ਆ, ਚਾਹੇ ਸਰਕਾਰੀ ਅਧਿਕਾਰੀ ਆ, ਚਾਹੇ ਵੱਡੇ ਵੱਡੇ ਪੋਲੀਟੀਸ਼ੀਅਨ ਆ, ਪ੍ਰਾਈਮ ਮਿਨਿਸਟਰ ਜਾਂ ਉਹਨਾਂ ਦੀ ਕੈਬਨਿਟ ਆ, ਹਰ ਇੱਕ ਨੂੰ ਇਮਾਨਦਾਰ ਹੋਣਾ ਪਏਗਾ। ਇਸ ਤਰ੍ਹਾਂ ਕਿਸਾਨਾਂ ਤੇ ਜਿਹੜਾ ਸੁਸਾਇਟੀ ਨੂੰ ਵੀ ਇਮਾਨਦਾਰ ਹੋਣਾ ਪਏਗਾ। ਆਪਾਂ ਆਸ ਕਰਦੇ ਹਾਂ ਇਹਨਾਂ ਦਾ ਜਿਹੜਾ ਪੈਂਡਿੰਗ ਮਸਲੇ ਹੈਗੇ ਆ ਕਿਸੇ ਤਰੀਕੇ ਨਾਲ ਗੱਲਬਾਤ ਰਾਹੀਂ ਸੋਲਵ ਹੋ ਜਾਣ। ਇਹ ਸਾਰਾ ਮਸਲਾ ਜਿਹੜਾ ਬੜੀ ਦੇਰ ਤੋਂ ਚੱਲ ਰਿਹਾ ਹੈਗਾ ਈਜ਼ ਆਊਟ ਹੋ ਜਾਵੇ। ਲੈਟ ਅਸ ਹੋਪ ਫॉर ਦੀ ਬੈਸਟ। ਬਾਕੀ ਤੁਸੀਂ ਸਾਡੇ ਨਾਲ ਆਨਲਾਈਨ ਗੰਗਾਨਗਰ ਤੋਂ ਜੁੜੇ। ਪਰਮਜੀਤ ਜੀ ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਵੈਰੀ ਮਚ। ਥੈਂਕ ਯੂ। ਸ਼ੁਕਰੀਆ। ਇਹ ਮੋਰਚਾ ਜਿੱਤ ਕੇ ਜਾਵਾਂਗੇ, ਮਾਲਕ ਬਸ ਇਸੇ ਤਰ੍ਹਾਂ ਕਿਰਪਾ ਰੱਖੇ ਜੀ। ਮੈਂ ਸਾਰੇ ਮੀਡੀਆ ਦਾ ਵੀ ਸ਼ੁਕਰਾਨਾ ਕਰਦਾ, ਸਾਰੇ ਕਲਾਕਾਰਾਂ ਦਾ ਸ਼ੁਕਰਾਨਾ ਕਰਦਾ ਜਿਹੜੇ ਇੱਥੇ ਆ ਰਹੇ ਨੇ, ਰੋਜ਼ ਡਟੇ ਹੋਏ ਨੇ ਆਪਣੇ ਕੰਮ ਕਰ ਛੱਡ ਕੇ। ਬਸ ਇਸੇ ਤਰ੍ਹਾਂ ਕੰਮ ਖਿੱਚ ਕੇ ਰੱਖਿਓ ਜੀ। ਮੈਨੂੰ ਕਹਿੰਦੇ ਆ ਵੀ ਚੰਦ ਲਾਈਨਾਂ ਜ਼ਰੂਰ ਸੁਣਾਉਣੀਆਂ, ਸੋ ਵਰਿੰਦਰ ਸੇਮੇ ਦਾ ਲਿਖਿਆ ਹੋਇਆ ਮੈਂ ਤੁਹਾਡੀ ਚੰਦ ਲਾਈਨਾਂ ਜ਼ਰੂਰ ਸੁਣਿਆ। ਉਹ ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਏ ਆ, ਸਮਾਂ ਆਉਣ ਤੱਕ
चुप करे होए आ, सोच ली ना किसे कोलों डरे होए आ, समा आउण तक चुप करे होए आ, हो तख्त पलटने नूं चिर भी ना लगे थे, रुल गईयां वड्डियां रियासतां, हत्थां च हुनर साडे हिक विच हौसला ते सोचां विच मुੱਢ तो बगावतां, हत्थां च हुनर साडे हिक विच हौसला ते सोचां विच मुੱਢ तो बगावतां, ओ सारे ही जानदा जो भरदा है ढिड अज सड़कां ते अन्नदाता रोलता, मीडिया भी करदा ना गल पख दी निका तो दिल्लीए साडे लई जहर घोलता, जट्टां नूं तपा के साडी खेती खुंजे ला के, जट्टां नूं तपा के साडी खेती खुंजे ला के, कित्थे करेगी सवेरे उठ नाश्ता। थैंक यू सो मच जी। देखते ही हो तुसीं गुरु के लंगर किद्दां लगे हुए ने, ये सिर्फ साडी कौम नूं ये हाज़री हुई है, चाहे इंग्लैंड होवे, अमरीका होवे, जर्मनी होवे, अफ्रीका होवे, सारे पासे ही बस इसी तरह चढ़ती कला रखियो। और मेरी नौजवानों फिर हंबर रिक्वेस्ट है, बस इसी तरह खिंच के रखियो। जिहड़ी सरकार हले भी जिहड़ा गोदी मीडिया कहता ना भी नशियां 'च डुबे हुए ने, इत्थे देखो सवेरे डंड मारते हैं 80-80 साल वाले बजुर्ग, मुंडिया ने तो मारनी आ। सो इसी तरह खिंच के रखियो। मैं शुक्रगुजार हाँ सारी प्रबंधक कमेटी का, जिन्हें भी तुसीं सेवा कर रहे हो। और मीडिया जिन्ना पंजाब का मीडिया सदके जाइए, थोड़े कई ने तो अपन जॉबां छड्डतियां, कहते जॉबां बाद च देखांगे, असीं किसानां दे नाल खड़े हाँ। सो मैं बहुत शुक्रगुजार हाँ इन्हां मीडिया का। और जिहड़ा गोदी मीडिया जिन्नी मर्जी ट्राई कर लो, हुण तां जट ट्रैक्टर टू ट्विटर ते आ गया ना, हुण नहीं हटदे। सो शुक्रगुजार हाँ, थैंक यू सो मच जी। बोले सोनिहाल, वाहिगुरू जी। बहुत बहुत धन्यवाद जय जी। वैसी